ਕੇਸਰੀ ਵਿਰਾਸਤ ਤੇ ਪੰਚਾਇਤਨਾਮਾ ਦੇ ਦਰਸ਼ਕਾਂ ਵਾਸਤੇ ਮੈਂ ਤੇ ਮੇਰੇ ਸਾਥੀ ਅਰਜੁਨ ਸ਼ਰਮਾ ਜੀ ਅਸੀਂ ਇੱਕ ਨਵਾਂ ਨਵੇਕਲਾ ਉਪਰਾਲਾ ਉਹ ਲੈ ਕੇ ਆਏ ਹਾਂ ਤੇ ਅੱਜ ਅਸੀਂ ਇੱਕ ਵਿਚਾਰ ਚਰਚਾ ਕਰਨ ਲੱਗੇ ਹਾਂ ਜਿਹੜੀ ਸਾਡੇ ਦੋਨਾਂ ਚੈਨਲਾਂ ਦੇ ਜਿਹੜੇ ਦਰਸ਼ਕ ਆ ਉਹ ਦੇਖ ਸਕਣਗੇ। ਵਿਚਾਰ ਚਰਚਾ ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਪੰਜਾਬੀ ਲੋਕ ਇਹ ਕਹਿੰਦੇ ਅਖਾਣ ਹੈ, ਕਹਿੰਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬੜੇਵੇਂ ਖਾਣੇ। ਤੇ ਸ਼ਰਮਾ ਜੀ, ਕੁੰਡੀਆਂ ਦੇ ਸਿੰਘ ਜਿਹੜੇ ਆ ਉਹ ਦਿੱਲੀ ਦੇ ਵਿੱਚ ਇਸ ਵੇਲੇ ਫਸ ਚੁੱਕੇ ਆ, ਕਿਸਾਨਾਂ ਸੰਘਰਸ਼ ਦੇ ਕਾਰਨ ਫਸ ਚੁੱਕੇ ਆ ਕਿਸਾਨਾਂ ਦੇ ਵਿਚਾਲੇ ਔਰ ਦਿੱਲੀ ਸਰਕਾਰ ਦੇ ਵਿਚਾਲੇ। ਤੇ ਕਿਹੜੀ ਜਿਹੜੀ ਧਿਰ ਆ ਉਹ ਵਿੱਚ ਨਿੱਤਰ ਦੀ ਨਜ਼ਰ ਆਉਂਦੀ ਆ, ਕਿਹਦੇ ਜ਼ਿਆਦਾ ਜ਼ੋਰ ਨਜ਼ਰ ਆ ਰਿਹਾ, ਕਿਹੋ ਜਿਹੇ ਹਾਲਾਤ ਬਣਦੇ ਆਏ, ਇਹਦੇ ਬਾਰੇ ਅਸੀਂ ਦਰਸ਼ਕਾਂ ਦੇ ਨਾਲ ਥੋੜ੍ਹੀ ਗੱਲਬਾਤ ਤੁਹਾਡੇ ਕੋਲ ਜਾਣਨਾ ਚਾਹਾਂਗੇ। ਸੰਧੂ ਸਾਹਿਬ, ਮੈਂ ਪਿਛਲੇ ਦਿਨੀ ਕਿਸਾਨ ਮੋਰਚੇ ਦਾ ਜਾਇਜ਼ਾ ਲੈਣ ਲਈ ਖੁਦ ਦਿੱਲੀ ਗਿਆ ਸੀ ਜੀ। 2 ਦਿਨ ਲਗਾ ਕੇ ਆਇਆ। ਹਾਲਾਤ ਸੰਵੇਦਨਸ਼ੀਲ ਨੇ ਦੋਨੇ ਪੱਖਾਂ ਤੋਂ। ਅੱਛਾ ਜੀ। ਇੱਕ ਪਾਸੇ 2 ਦਿਨ ਵਾਸਤੇ ਦਿੱਲੀ ਪ੍ਰਦਰਸ਼ਨ ਕਰਨ ਵਾਸਤੇ ਗਿਆ ਮੋਰਚਾ ਜਿਹੜਾ ਸੀ ਜੀ, ਉਹਨੂੰ ਅੱਜ 21ਵਾਂ ਦਿਨ ਹੋ ਗਿਆ। ਅੱਜ ਇਸ ਚੀਜ਼ 'ਤੇ ਕੋਈ ਸਵਾਲ ਨਹੀਂ ਹੈ ਕਿ 2 ਦਿਨ ਦਾ ਪ੍ਰਦਰਸ਼ਨ ਜਿਹੜਾ ਸੀ ਉਹ ਇਸ ਅੰਦੋਲਨ 'ਚ ਕਿੱਦਾਂ ਬਦਲ ਗਿਆ। ਹਾਂ, ਠੀਕ ਹੈ, ਬੜਾ ਸਵਾਲ ਹੈ, ਬੜਾ ਸਵਾਲ ਜੀ, ਕਿਸੇ ਪਾਸੇ ਨਹੀਂ ਆਇਆ। ਦੂਜੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਵੀ ਬਿਲਕੁਲ ਜਿੱਦ ਦੇ ਉੱਪਰ ਅੜੀ ਹੋਈ ਹੈ। ਹਾਲਾਂਕਿ ਪ੍ਰਪੋਜ਼ਲ ਆਉਣਾ ਜਾਣਾ ਗੱਲਬਾਤ ਦੇ 5 ਦੌਰ ਜਿਹੜੇ ਹੈ ਉਹ ਪੂਰੇ ਹੋ ਚੁੱਕੇ ਹੈ, ਪਰ ਸਮਝ ਤੋਂ ਬਾਹਰ ਹੈ ਕਿ MSP ਦੀ ਮੰਗ ਜਿਹੜੀ ਸੀ ਉਹ ਸਭ ਤੋਂ ਮੁਖਰ ਹੋ ਕੇ ਉੱਠੀ ਸੀ ਸਭ ਤੋਂ ਪਹਿਲਾਂ। ਜੀ ਜੀ। ਔਰ ਚਲਦੇ ਕਾਨੂੰਨ ਵਾਪਸ ਲੈਣ ਤੇ ਬਿਲਕੁਲ ਇਹ ਅਸੀਂ ਇੱਕ ਸੁਭਾਵਿਕ ਸਮਝਦੇ ਹਾਂ ਕਿ ਜਦੋਂ ਕਿਸੇ ਵੀ ਤਰ੍ਹਾਂ ਦਾ ਅੰਦੋਲਨ ਹੁੰਦਾ ਹੈ ਜੀ ਤੇ ਉਹਦੇ ਵਾਸਤੇ ਇੱਕ ਵੱਡੀ ਮੰਗ ਪੇਸ਼ ਕੀਤੀ ਜਾਂਦੀ ਹੈ। ਦੂਜੀ ਧਿਰ ਜਿਹੜੀ ਹੈ ਉਹਨੂੰ ਘਟਾ ਵਧਾ ਕੇ ਜਮਾ ਤਕਸੀਮ ਕਰਕੇ ਛੋਟਾ ਵੱਡਾ ਕਰਕੇ ਜੀ ਤੇ ਉਹ ਕਿਸੇ ਨਾ ਕਿਸੇ ਕਿਨਾਰੇ ਤੇ ਲੈ ਜਾਂਦੀ ਹੈ। ਤਾਂ ਮੰਗ ਕਰਨ ਵਾਲੀ ਧਿਰ ਵੀ ਥੋੜ੍ਹੀ ਜਿਹੀ ਲਿਫ ਜਾਂਦੀ ਹੈ ਤੇ ਅਗਲੀ ਧਿਰ ਵੀ ਥੋੜ੍ਹੀ ਜਿਹੀ ਲਿਫ ਜਾਂਦੀ ਹੈ ਤੇ ਕੋਈ ਨਾ ਕੋਈ ਸਮਝੌਤਾ ਨਿਕਲ ਜਾਂਦਾ ਜੀ, ਸਮਝੌਤਾ ਹੋ ਜਾਂਦਾ। ਪਰ ਇਸ ਅੰਦੋਲਨ ਦੀ ਜਿਹੜੀ ਰੂਪ ਰੇਖਾ ਸਾਰੀ ਹੈ ਜੀ ਉਹ ਸਾਰੀ ਇੰਨੇ ਕਿਸੇ ਸਿਆਣੇ ਬੰਦੇ ਦੇ ਗੋਂਦ ਗੁੰਦੀ ਲੱਗਦੀ ਹੈ ਕਿ ਜਦੋਂ ਅਸੀਂ ਉਹਨੂੰ ਪੂਰਾ ਦੇਖਦੇ ਹਾਂ ਔਰ ਇਹਦੇ ਸਾਰੇ ਪੱਖ ਜਿਹੜੇ ਹੈ ਉਹ ਸਾਨੂੰ ਇੱਕ ਅੰਦੋਲਨ ਜਾਂ ਇੱਕ ਪ੍ਰਦਰਸ਼ਨ ਤੋਂ ਅੱਗੇ ਚੱਲਦੇ ਦੂਰ ਤੱਕ ਜਾਂਦੇ ਨਜ਼ਰ ਆਉਂਦੇ। ਅੱਛਾ, ਇੱਕ ਚੀਜ਼ ਹੈ, ਤੁਸੀਂ ਜਿਹੜੀ ਗੱਲਬਾਤ ਇਸ਼ਾਰਾ ਕਰ ਰਹੇ ਆ ਕਿ ਇਹ ਗੁੰਝਲਾਂ ਪੈ ਰਹੀਆਂ, ਇਹ ਜਿਹੜਾ ਗੱਲਬਾਤ ਦੇ ਦੌਰ ਦੀ ਤੁਸੀਂ ਗੱਲ ਕੀਤੀ, ਇਸ ਤਰ੍ਹਾਂ ਦੇ ਗੱਲਬਾਤ ਦਾ ਦੌਰ ਸਾਡੇ ਜਿਹੜੇ ਪੰਜਾਬ ਵਾਸੀ ਹੈ ਅਸੀਂ ਦੇਖ ਚੁੱਕੇ ਹਾਂ ਪਹਿਲਾਂ ਵੀ, ਜਿਨ੍ਹਾਂ ਨੂੰ ਅਸੀਂ 80-84 ਦੀਆਂ ਘਟਨਾਵਾਂ ਜਿਹੜੀਆਂ ਸਮਝਦੇ ਹਾਂ, ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮਾਹੌਲ ਕੁਛ ਬਣਿਆ ਸੀਗਾ। ਉਸ ਵੇਲੇ ਵੀ ਗੱਲਬਾਤ ਦੇ ਸਰਕਾਰ ਨਾਲ ਕੇਂਦਰ ਨਾਲ ਦੌਰ ਚੱਲਦੇ ਹੁੰਦੇ ਸੀ ਅਤੇ ਮੰਗਾਂ ਦਾ ਕੀ ਹਸ਼ਰ ਹੋਇਆ ਸੀ। ਅਸੀਂ ਸਮਝਦੇ ਕਿ ਉਹਦੇ ਉੱਤੇ ਥੋੜ੍ਹੀ ਅਗਰ ਅਸੀਂ ਉਹਨੂੰ ਨਜ਼ਰ 'ਚ ਰੱਖੀਏ, ਜਿਵੇਂ ਕਹਿੰਦੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ, ਤੁਹਾਨੂੰ ਕੀ ਲੱਗਦਾ ਕਿ ਉਹ ਇਤਿਹਾਸ ਕੋਈ ਦੁਹਰਾਉਂਦਾ ਜਾਂ ਆਪਣੇ ਆਪ ਨੂੰ? ਬਹੁਤ ਸਾਰੇ ਤੱਥ ਜਿਹੜੇ ਹੈ ਉਹ ਤੁਲਨਾ ਵਾਲੇ ਪਾਸੇ ਤੁਰਦੇ ਪਏ ਨਜ਼ਰ ਆਉਂਦੇ ਆ ਜੀ। ਹੁਣ ਤੁਲਨਾ ਕਿਹਦੇ ਨਾਲ ਕੀਤੀ ਜਾਂਦੀ ਹੈ? ਅੱਜ ਦੇ ਦੌਰ ਦੀ ਅਗਰ ਪੰਜਾਬ ਦੀ ਤੁਸੀਂ ਤੁਲਨਾ ਕਰਨੀ ਹੈ ਜਾਂ ਅੱਜ ਦੇ ਕਸ਼ਮੀਰ ਦੀ ਤੁਸੀਂ ਤੁਲਨਾ ਕਰਨੀ ਹੈ ਤਾਂ ਤੁਸੀਂ ਉਹਦੇ ਜਦੋਂ ਹਾਲਾਤ ਅੱਛੇ ਨਹੀਂ ਸੀ ਉਸ ਵੇਲੇ ਦੀਆਂ ਘਟਨਾਵਾਂ, ਉਸ ਵੇਲੇ ਦੇ ਵਰਤਾਰੇ ਔਰ ਉਸ ਵੇਲੇ ਦਾ ਚਾਲ ਚੱਲਣ ਜਿਹੜਾ ਸੀ ਉਹਨੂੰ ਦੇਖੋਗੇ ਔਰ ਫਿਰ ਅੱਜ ਦੇ ਉਹ ਸਾਰੇ ਸੈਗਮੈਂਟ ਨੂੰ ਉਹਦੇ ਨਾਲ ਮੈਚ ਕਰੋਗੇ ਜੀ, ਤਾਂ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕੀ ਮਿਲਦਾ ਹੈ ਤੇ ਕੀ ਨਹੀਂ ਮਿਲਦਾ ਜੀ। ਪੰਜਾਬ ਸਭ ਤੋਂ ਸੰਵੇਦਨਸ਼ੀਲ ਸਟੇਟ ਹੈ। ਇਹ ਗੱਲ ਸਾਰਿਆਂ ਨੂੰ ਸਮਝ ਸ਼ਾਇਦ ਹੈ ਜਾਂ ਨਹੀਂ ਹੈ। ਇੱਥੇ ਦਾ ਕਿਸਾਨ ਭਾਈਚਾਰਾ ਜਿਹੜਾ ਵਾ ਉਹਦੇ 'ਚ ਬਹੁਤਾਤ ਜਿਹੜੀ ਹੈ ਉਹ ਸਿੱਖ ਭਾਈਚਾਰੇ ਦੀ ਹੈ। ਔਰ ਸਿੱਖ ਭਾਈਚਾਰਾ ਜਿਹੜਾ ਹੈ ਜੀ ਉਹ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਇੱਕ ਸੈਨਿਕ ਵਰਗੀ ਉਹਨਾਂ ਦੀ ਜਿਹੜੀ ਫੀਲਿੰਗ ਹੈ ਜੀ ਉਹ ਹਾਲੇ ਤੱਕ ਸਪਿਰਿਟ ਜ਼ਿੰਦਾ ਹੈ। ਕਿਉਂਕਿ ਇਸ ਧਰਮ ਨੂੰ, ਇਸ ਪੰਥ ਨੂੰ ਉਦੇ ਹੋਏ ਬਹੁਤ ਜ਼ਿਆਦਾ ਸਮੇਂ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਕੇ ਜੀ ਤੇ 10ਵੇਂ ਪਾਤਸ਼ਾਹ ਤੱਕ ਤਾਂ ਜੋ ਚੱਲਿਆ, 10ਵੇਂ ਪਾਤਸ਼ਾਹ ਨੇ ਜਦੋਂ ਦਾ ਇਹ ਖਾਲਸਾ ਪੰਥ ਦਾ ਸਾਜਨਾ ਕੀਤੀ ਹੈ ਉਹਨੂੰ ਹਾਲੇ 300-350 ਸਾਲ ਦੇ ਆਸ-ਪਾਸ ਦਾ ਸਮਾਂ ਹੋਇਆ ਜੀ, ਤੇ ਕੋਈ ਬਹੁਤ ਜ਼ਿਆਦਾ ਲੰਬਾ ਸਮਾਂ ਨਹੀਂ ਹੈ। ਇਸ ਕਰਕੇ ਜਿਹੜੀ ਉਹ ਸੈਨਿਕ ਟ੍ਰੇਨਿੰਗ ਸੀ ਜਾਂ ਸੈਨਿਕ
ਤਰੀਕੇ ਦਾ ਸਾਰਾ ਸਟਰਕਚਰ ਸੀਗਾ ਜੀ ਜੀ ਉਹ ਅੱਜ ਵੀ ਸਿੱਖ ਕੌਮ ਦੇ ਵਿੱਚ ਉਹਨਾਂ ਦੀਆਂ ਰਗਾਂ ਦੇ ਵਿੱਚ ਬਹਿੰਦਾ ਹੋਇਆ, ਉਹਨਾਂ ਦੇ ਨਾਲ ਚੱਲਦਾ ਜੀ। ਅੱਛਾ, ਇਹ ਜਿਹੜਾ ਭਾਈਚਾਰਾ ਹੈ, ਇਹ ਭਾਈਚਾਰਾ ਜਿੱਥੇ ਸਿਰਡਾਂ ਦੀ ਵਾਰੀ ਆਉਂਦੀ ਹੈ ਜੇ ਉੱਥੇ ਅੱਗੇ ਆਉਂਦਾ ਹੈ, ਤੇ ਜਿੱਥੇ ਕਿਸੇ ਦੀ ਮਦਦ ਕਰਨ ਦੀ ਜਾਂ ਦੇਸ਼ ਦੀ ਮਦਦ ਕਰਨ ਲਈ ਜਾਂ ਕਿਸੇ ਵੀ ਕਾਰਜ ਨੂੰ ਸਿਰ ਤੇ ਅਗਰ ਲਿਆ ਜਾਵੇ ਤਾਂ ਸਿੱਖ ਭਾਈਚਾਰਾ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ, ਸੰਜੀਦਾ ਔਰ ਇਮਾਨਦਾਰੀ ਭਰਿਆ ਰਵੱਈਆ ਜੀ ਜੀ ਬਿਲਕੁਲ ਬਿਲਕੁਲ। ਇਸ ਕਰਕੇ ਇਹ ਜਿਹੜੀ ਪੰਥ ਹੈ ਜਿਹੜਾ ਇਹ ਬੜਾ ਨਿਆਰਾ ਵੀ ਹੈ ਔਰ ਬੜਾ ਸੈਂਸਿਟਿਵ ਵੀ ਹੈ। ਪਰ ਸ਼ਰਮਾ ਜੀ ਇੱਕ ਅਖਾਣ ਆ ਕਿ ਕਹਿੰਦੇ ਵੀ ਬਹੁਤ ਜ਼ਿਆਦਾ ਚੰਗੇ, ਤੁਸੀਂ ਸਿੱਖੀ ਦੇ ਬਹੁਤ ਅੱਛੇ ਗੁਣ ਗਣਾਏ ਨੇ, ਲੇਕਿਨ ਕਹਿੰਦੇ ਵੀ ਬਹੁਤ ਜ਼ਿਆਦਾ ਚੰਗਾ ਹੋਣਾ ਜਾਂ ਬਹੁਤ ਜ਼ਿਆਦਾ ਜਜ਼ਬਾਤੀ ਹੋਣਾ ਵੀ ਕਿਤੇ ਨਾ ਕਿਤੇ ਸਾਡੇ ਲਈ ਨੁਕਸਾਨਦਾਇਕ ਹੋਣ ਦਾ ਜਿਹੜਾ ਉਹ ਖਤਰਾ ਬਣਿਆ ਰਹਿੰਦਾ। ਉਹਦੇ ਮੱਦੇਨਜ਼ਰ ਤੁਸੀਂ ਇਹਨੂੰ ਕਿਵੇਂ ਦੇਖਦੇ ਆ? ਕਿਤੇ ਇਹ ਨਾ ਹੋਵੇ ਕਿ ਕੁਰਬਾਨੀਆਂ ਕਰਦਾ ਰਹੇ ਸਿੱਖ ਪੰਥ ਤੇ ਸਭ ਕੁਝ ਜਜ਼ਬਾਤੀ ਹੋ ਕੇ ਅਸੀਂ ਅੱਗੇ ਲੜਦੇ ਰਹੀਏ, ਕਰਦੇ ਰਹੀਏ ਤੇ ਅਸੀਂ ਤਮਾਸ਼ਾ ਨਾ ਬਣ ਜਾਈਏ। ਇਹ ਜਿੱਥੇ ਮੇਰੀ ਫੀਲਿੰਗ ਸੀ ਨਾ ਜੀ, ਉੱਥੇ ਇੱਕ ਦਰਦ ਵੀ ਹੈ ਜੀ, ਉੱਥੇ ਇੱਕ ਦਰਦ ਵੀ ਹੈ ਕਿ ਇਸ ਕਮਿਊਨਿਟੀ ਨੇ ਕਈ ਵਾਰ ਭੋਲੇ ਪੰਚ ਔਰ ਕਈ ਵਾਰ ਸਮਝ ਲਓ ਕਿ ਸੈਂਸਿਟਿਵ ਔਰ ਜਜ਼ਬਾਤੀ ਹੋ ਗਏ ਜੀ, ਕਈ ਵਾਰੀ ਨੁਕਸਾਨ ਵੀ ਬਹੁਤ ਉਠਾਇਆ ਹੈ। ਖਾਸ ਤੌਰ 'ਤੇ ਜਿਹੜਾ ਬੀਤਿਆ ਦੌਰ ਪੰਜਾਬ ਦਾ ਜੀ, ਉਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਸਿੱਖ ਪੰਥ ਦੀ ਕਮਿਊਨਿਟੀ ਨੂੰ ਇਹਨਾਂ ਦੇ ਲੋਕਾਂ ਨਾਲ ਹੀ ਜ਼ਿਆਦਾ ਹੋਇਆ ਹੈ। ਜੀ ਜੀ। ਔਰ ਉਹ ਦੌਰ ਜਿਹੜਾ ਸੀ ਉਹ ਦੌਰ ਆਇਆ ਕਿੱਦਾਂ ਤੇ ਗਿਆ ਕਿੱਦਾਂ, ਉਹ ਅੱਜ ਜਦੋਂ ਯਾਦ ਕਰਦੇ ਹਾਂ ਅਸੀਂ ਲੋਕ ਤੇ ਅਸੀਂ ਕੰਬਦੇ ਹਾਂ ਜੀ। ਸਾਡਾ ਅੰਦਰ ਕੰਬਦਾ ਕਿ ਮਾਲਕਾ ਭਲਾ ਕਰੀ, ਪੰਜਾਬ ਤੇ ਰਹਿਮ ਰੱਖੀ, ਮਾਲਕਾ ਰਹਿਮ ਰੱਖੀ। ਲੇਕਿਨ ਜਿਹੜੀਆਂ ਪੁਰਾਣੀਆਂ ਘਟਨਾਵਾਂ ਔਰ ਨਵੀਆਂ ਘਟਨਾਵਾਂ ਜਿਹੜੀਆਂ ਉਹਨਾਂ ਦਾ ਆਪਸ ਤਾਲਮੇਲ ਦੇਖ ਕੇ ਤੇ ਹੈਰਾਨੀ ਔਰ ਦੰਗ ਹੋਣ ਵਾਲੀ ਸਥਿਤੀ ਹੈ। ਇਹ ਮੋਰਚਾ ਜਿਹੜਾ ਲੱਗਾ ਹੋਇਆ ਇਹਨੂੰ ਸ਼ਾਂਤੀਪੂਰਨ ਕਿਹਾ ਜਾ ਰਿਹਾ, ਸ਼ਾਂਤੀਪੂਰਨ ਹੈ ਵੀ ਹੈ, ਕੋਈ ਸ਼ੱਕ ਨਹੀਂ। ਸ਼ਾਂਤੀਪੂਰਨ ਹੋਣ ਦੇ ਨਾਲ ਅਗਰ ਅਸੀਂ ਦੇਖੀਏ ਤੇ ਇੱਕ ਪਹਿਲਾ ਮੋਰਚਾ ਵੀ ਨਿਕਲਿਆ ਸੀ 78 ਤੋਂ ਬਾਅਦ, ਧਰਮਯੁੱਧ ਮੋਰਚਾ ਜੀ। ਉਹ ਮੋਰਚੇ ਦੇ ਵਿੱਚ ਵੀ ਬਹੁਤ ਸ਼ਾਂਤੀਪੂਰਨ ਤਰੀਕੇ ਨਾਲ ਸਾਰਾ ਕੁਝ ਚੱਲਦਾ ਸੀ ਜੀ। ਹਾਂ, ਗ੍ਰਿਫਤਾਰੀਆਂ ਹੋ ਰਹੀਆਂ ਸੀ ਬੜੀ ਦੇਰ, ਬੱਸਾਂ ਦੇ ਬੱਸਾਂ ਭਰ ਕੇ ਜਾਂਦੀਆਂ। ਸਵਾਲ ਇਹ ਹੁੰਦਾ ਵੀ ਜਿਹੜੀ ਚੀਜ਼ ਜਿੱਥੋਂ ਸ਼ੁਰੂ ਹੁੰਦੀ ਹੈ ਔਰ ਜਿਹਦੇ ਹੱਥ 'ਚ ਹੁੰਦੀ ਹੈ ਜੀ ਜੀ, ਔਰ ਅੱਗੇ ਜਾ ਕੇ ਜਿੰਨਾ ਹੱਥਾਂ ਦੇ ਵਿੱਚ ਪਹੁੰਚ ਜਾਂਦੀ ਹੈ ਔਰ ਪਿਛਲੇ ਹੱਥ ਜਿਹੜੇ ਹੈ ਉਹ ਮਾਯੂਸ ਔਰ ਕਮਜ਼ੋਰ ਪੈ ਜਾਂਦੇ ਹੈ ਜੀ। ਉਹ ਇੰਨੇ ਮਜਬੂਰ ਹੋ ਜਾਂਦੇ ਆ ਵੀ ਉਹ ਉਸ ਮਾਮਲੇ 'ਚ ਕੁਝ ਕਰ ਨਹੀਂ ਪਾਉਂਦੇ, ਉਹਨਾਂ ਦੇ ਹੱਥੋਂ ਸਾਰਾ ਖੇਡ ਨਿਕਲ ਜਾਂਦਾ ਹੈ। ਅੱਛਾ। ਔਰ ਜਦੋਂ ਇਹ ਸਥਿਤੀ ਆਉਂਦੀ ਹੈ ਉਦੋਂ ਅੱਗੇ ਜਾ ਕੇ ਕਈ ਤਰ੍ਹਾਂ ਦੇ ਨਵੇਂ ਵਲਵਲੇ ਆਉਣੇ ਸ਼ੁਰੂ ਹੁੰਦੇ ਆ, ਉਹ 'ਚ ਨਵੀਆਂ ਪਿਰਤਾਂ ਪੈਣੀਆਂ ਸ਼ੁਰੂ ਹੁੰਦੀਆਂ ਔਰ ਚੱਲਦੇ ਕਈ ਵਾਰੀ ਮਾਮਲਾ ਬਹੁਤ ਦੂਰ ਤੱਕ ਨਿਕਲ ਜਾਂਦਾ। ਅੱਛਾ। ਤੁਸੀਂ ਦੇਖੋ ਕਿ 78 ਤੋਂ ਸ਼ੁਰੂ ਹੋਇਆ ਮਸਲਾ ਨਿਰੰਕਾਰੀ ਕਾਂਡ ਤੋਂ, ਜੀ ਜੀ, ਔਰ ਉਸ ਤੋਂ ਬਾਅਦ ਚੱਲਦਾ ਕਿੱਥੋਂ ਤੱਕ ਪਹੁੰਚ ਗਿਆ ਕਿ ਜਥੇਬੰਦੀਆਂ, ਖਾੜਕੂ ਜਥੇਬੰਦੀਆਂ ਦੇ ਕਈ ਦਰਜਨ ਗਰੁੱਪ ਸ਼ੁਰੂ ਹੋ ਗਏ। ਜੀ ਜੀ। ਉਹ ਕਿਸੇ ਨੂੰ ਵੀ ਕੁਝ ਨਹੀਂ ਸੀ ਮੰਨਦੇ, ਉਹਨਾਂ ਸਰਕਾਰ ਨੂੰ ਮੰਨਦੇ ਸੀ, ਨਾ ਅਕਾਲੀ ਲੀਡਰਾਂ ਨੂੰ ਮੰਨਦੇ ਸੀ, ਨਾ ਕਿਸੇ ਕਾਂਗਰਸੀ ਨੂੰ ਮੰਨਦੇ ਸੀ, ਉਹ ਕਿਸੇ ਨੂੰ ਮੰਨਦੇ ਨਹੀਂ ਸੀ। ਜੀ ਜੀ ਬਿਲਕੁਲ। ਔਰ ਇੱਕ ਵਕਤ ਆ ਗਿਆ ਸੀ ਜਿਹੜੀਆਂ ਗੱਲਾਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਨਿਬੜ ਸਕਦੀਆਂ ਸੀ, ਉਹ ਪਿੰਡਾਂ ਉਹਨਾਂ ਗੱਲਾਂ ਵਾਸਤੇ ਇੱਥੋਂ ਤੱਕ ਵੀ ਦਾਅਵੇ ਹੋਏ ਕਿ ਗੱਲ ਜਨੇਵਾ 'ਚ ਕੀਤੀ ਜਾਏਗੀ। ਠੀਕ ਹੈ ਨਾ, ਕਿਉਂਕਿ ਜਦੋਂ ਸਮਾਂ ਉੱਥੋਂ ਖੁੱਸ ਜਾਂਦਾ ਹੈ ਔਰ ਤੀਰ ਉੱਥੋਂ ਨਿਕਲ ਜਾਂਦਾ ਹੈ, ਉਸ ਤੋਂ ਬਾਅਦ ਕਿਸੇ ਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਕੀ ਹੋਏਗਾ। ਜੀ ਜੀ। ਤੁਸੀਂ ਦੇਖੋ ਇਹ ਜਿਹੜਾ ਮੋਰਚਾ ਚੱਲ ਰਿਹਾ ਹੈ, ਇਹ ਮੋਰਚੇ ਦੇ ਵਿੱਚ ਭਾਵੁਕ ਔਰ ਜਜ਼ਬਾਤੀ ਕਿਸਾਨ ਸ਼ਾਮਿਲ ਹੈ। ਜੀ। ਕਿਸਾਨ ਇੰਨਾ ਅਨਪੜ੍ਹ ਵੀ ਨਹੀਂ, ਕਿਸਾਨ ਇੰਨਾ ਜ਼ਿਆਦਾ ਭੋਲਾ ਵੀ ਨਹੀਂ ਹੈ ਕਿ ਉਹਨੂੰ ਆਪਣੇ ਹਿੱਤ ਦੀ ਗੱਲ ਸਮਝ ਨਾ ਆ ਸਕੇ। ਪਰ ਦੇਖੋ ਪਿਛਲੇ 1 ਸਾਲ ਤੋਂ ਇਹਨਾਂ ਕਾਨੂੰਨਾਂ ਦੀ ਜਿੱਦਾਂ ਕੇਂਦਰ ਸਰਕਾਰ ਦੇ ਵਿੱਚ ਇਹਦੇ ਬਾਰੇ ਪ੍ਰੋਸੈਸਿੰਗ ਚੱਲਦੀ ਰਹੀ ਹੈ, ਉਸੇ ਤਰ੍ਹਾਂ ਇੱਕ ਖਾਸ ਵਰਗ ਦੇ ਲੇਖਕ, ਖਾਸ ਵਰਗ ਦੇ ਰਾਈਟਰ ਜਿਹੜੇ ਆ ਉਹ ਇਸ ਮਸਲੇ ਨੂੰ ਹੌਲੀ ਹੌਲੀ ਮੱਠੀ ਅੱਗ ਪਾ ਦੇ ਥਾਂ ਉੱਪਰ ਨਾ ਰਿੰਦੇ ਆ ਰਹੇ ਸੀ। ਅੱਛਾ ਜੀ। ਅੱਗੇ ਆ ਕੇ ਜੋ ਹਾਲਾਤ ਬਣੇ ਹੈ ਉਹ ਇਹ ਹੈ ਕਿ ਕਿਸੇ ਮਾਸਟਰ ਪਲਾਨ ਨੇ ਇੱਦਾਂ ਦਾ ਇਹ ਯੋਜਨਾ ਬਣਾਈ ਲੱਗਦੀ ਹੈ ਕਿ ਦੇਖੋ ਤੁਸੀਂ ਅਗਸਤ ਦੇ ਵਿੱਚ ਇਹ ਜਿਹੜਾ ਮੋਰਚਾ ਹੈ ਜੀ, ਇਹਦਾ ਪਿੰਡ ਵੱਜਦਾ ਹੈ। ਇੱਕ ਦਿਨ ਦਾ ਪੰਜਾਬ ਬੰਦ ਦਾ ਜੀ ਸੱਦਾ ਦਿੱਤਾ ਜਾਂਦਾ ਹੈ ਔਰ ਟਰਾਲੀਆਂ ਦੇ ਉੱਪਰ ਪ੍ਰਦਰਸ਼ਨ ਨੂੰ ਲੈ ਕੇ ਇੱਕ
ਜੀ ਜੀ ਇੱਕ ਕਾਰਜਕ੍ਰਮ ਰੱਖਿਆ ਜਾਂਦਾ। ਹਾਂਜੀ ਹਾਂਜੀ 15 ਅਗਸਤ ਨੂੰ ਦਿੱਲੀ ਦੇ ਵਿੱਚ ਜੀ ਕਾਂਗਰਸ ਪਾਰਟੀ ਵੱਲੋਂ ਇੱਕ ਟਰੈਕਟਰ ਨੂੰ ਸਾੜ ਕੇ ਕਿਸਾਨ ਅੰਦੋਲਨ ਦੀ ਜਿਹੜੀ ਬੁਨਿਆਦ ਹੈ ਜੀ ਜੀ ਉਹਦਾ ਬਿਗਲ ਵਜਾਇਆ ਜਾਂਦਾ। ਠੀਕ ਹੈ ਜੀ, ਬਿਲਕੁਲ ਕਾਂਗਰਸ ਪਾਰਟੀ ਵੱਲੋਂ 15 ਅਗਸਤ ਦੇ ਦਿਨ ਟਰੈਕਟਰ ਨੂੰ ਉੱਥੇ ਅੱਗ ਲਗਾਈ ਗਈ ਸੀ ਜੀ। ਉਸੇ ਬ੍ਰਾਂਡ ਦਾ ਟਰੈਕਟਰ ਇੱਥੇ ਵੀ ਸਾੜਿਆ ਜਾਂਦਾ। ਫਿਰ ਗੱਲ ਤੁਰਦੀ ਇੱਥੇ ਤੱਕ ਆਉਂਦੀ ਹੈ ਕਿ ਉਹ ਅਗਸਤ ਦਾ ਇੱਕ ਦਿਨ ਦਾ ਜਿਹੜਾ ਪ੍ਰੋਗਰਾਮ ਸੀ, ਉਸ ਤੋਂ ਬਾਅਦ ਕਿਸਾਨ ਨੂੰ, ਕਿਉਂਕਿ ਇਹ ਟਾਈਮ ਜਿਹੜਾ ਹੈ ਅਗਸਤ, ਸਤੰਬਰ ਔਰ ਅਕਤੂਬਰ, ਇਹਨਾਂ ਤਿੰਨਾਂ ਮਹੀਨਿਆਂ ਦਾ ਜਿਹੜਾ ਮਹੱਤਵ ਹੈ ਉਹ ਤੁਹਾਡੇ ਸਾਡੇ ਵਰਗੇ ਲੋਕ ਨਹੀਂ ਸਮਝਦੇ, ਨਹੀਂ ਜਾਣਦੇ, ਲੇਕਿਨ ਕਿਸਾਨੀ ਨਾਲ ਜੁੜੇ ਲੋਕਾਂ ਨੂੰ ਪਤਾ ਹੈ ਕਿ ਜਿਸ ਤਰੀਕੇ ਨਾਲ ਅਗਸਤ ਨੂੰ ਤਾਂ ਛੱਡ ਵੀ ਦੇਈਏ, ਸਤੰਬਰ ਔਰ ਅਕਤੂਬਰ ਇਹ 2 ਮਹੀਨੇ ਬਹੁਤ ਸੈਂਸਿਟਿਵ ਹੁੰਦੇ ਨੇ। ਹਾਂਜੀ, ਜਿਸ ਤਰੀਕੇ ਨਾਲ ਕਿ ਅਪ੍ਰੈਲ ਔਰ ਮਈ ਹੁੰਦੇ ਆ, ਅਪ੍ਰੈਲ 'ਚ ਫਸਲ ਕੱਟੀ ਜਾਂਦੀ ਹੈ, ਬਿਲਕੁਲ ਮਈ ਤੱਕ ਉਹਦਾ ਸਾਰਾ ਨਿਬੇੜਾ ਕਰਨਾ ਹੁੰਦਾ ਜੀ। ਉਸੇ ਤਰ੍ਹਾਂ ਸਤੰਬਰ ਵਿੱਚ ਝੋਨਾ ਕੱਟਿਆ ਜਾਂਦਾ, ਜਿਹੜੀ ਅਪ੍ਰੈਲ ਜਿਹੜੀ ਕਣਕ ਕੱਟੀ ਜਾਂਦੀ ਹੈ, ਉੱਦਾਂ ਹੀ ਸਤੰਬਰ 'ਚ ਝੋਨਾ ਕੱਟਿਆ ਜਾਂਦਾ ਜੀ। ਔਰ ਅਕਤੂਬਰ ਆਉਂਦੇ ਇਹਨੂੰ ਡਿਸਪੋਜ਼ ਆਫ ਕਰਨਾ, ਇਹਨੂੰ ਵੇਚਣ ਖਰੀਦਣ ਦਾ ਜੋ ਵੀ ਕਾਰਜਕ੍ਰਮ ਹੁੰਦਾ ਉਹ ਚੱਲਦਾ ਹੈ। ਔਰ ਕੁਝ ਦਿਨ ਬਾਅਦ ਇਹਦੇ ਤੇ ਨਵਾਂ ਬੂਰ ਪਾਉਣ ਲਈ ਜ਼ਮੀਨ ਦੇ ਵਿੱਚ ਆਉਣ ਵਾਲੀ ਜਿਹੜੀ ਫਸਲ ਹੈ ਕਣਕ ਦੀ, ਉਹਦੀ ਬਿਜਾਈ ਕੀਤੀ ਜਾਂਦੀ ਹੈ। ਬਿਲਕੁਲ। ਔਰ ਇਹ ਨਵੰਬਰ ਮਹੀਨਾ ਜਿਹੜਾ ਹੈ ਉਹ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਇਹ ਕੰਮ ਵੀ ਨਿਬੜ ਜਾਂਦਾ। ਅਗਸਤ ਲਾਸਟ ਦੇ ਵਿੱਚ ਅੰਦੋਲਨ ਨੂੰ ਸ਼ੁਰੂ ਕੀਤਾ ਗਿਆ, ਇੱਕ ਦਿਨ ਦਾ ਬੰਦ ਕੀਤਾ ਗਿਆ। ਉਸ ਤੋਂ ਬਾਅਦ ਰੇਲ ਪਟਰੀਆਂ ਔਰ ਟੋਲ ਨਾਕੇ, ਇਹਨਾਂ ਤੇ ਥੋੜੇ ਬੰਦੇ ਜਿਹੜੇ ਲਗਾ ਕੇ ਤੇ ਸਿੰਬੋਲਿਕ ਬੰਦ ਕਰ ਦਿੱਤਾ ਜਾਂਦਾ। ਲੰਗਰ ਉੱਥੇ ਵੀ ਲਾਤੇ ਜਾਂਦੇ ਆ, ਰੋਕਿਆ ਕੁਛ ਨਹੀਂ ਜਾਂਦਾ। ਟਰੈਕ ਤੇ ਬੈਠ ਜਾਂਦੇ, ਰੇਲ ਕੇਂਦਰ ਸਰਕਾਰ ਹੀ ਕਹਿੰਦੀ ਕਿ ਅਸੀਂ ਨਹੀਂ ਚਲਾਉਂਦੇ, ਕੰਮ ਖਤਮ ਹੋ ਗਿਆ ਜੀ। ਤੇ ਇਸ ਤਰੀਕੇ ਨਾਲ 2 ਮਹੀਨੇ ਟਪਾਏ ਜਾਂਦੇ ਆ ਜੀ। ਜਿੱਦਾਂ ਹੀ ਨਵੰਬਰ ਚੜ੍ਹਦਾ ਅੰਦੋਲਨ, ਅੱਛਾ ਇਸ ਇਨ ਬਿਟਵੀਨ ਇਹ 2 ਮਹੀਨੇ ਜਿਹੜੇ ਆ, ਇਹ 2 ਮਹੀਨੇ ਇਹ ਜਿਹੜਾ ਮਸਲਾ ਜੀ ਇਹ ਠੰਡਾ ਨਾ ਪੈ ਜਾਵੇ, ਇਹਨੂੰ ਲੋਕੀ ਭੁੱਲ ਨਾ ਜਾਣ ਜਾਂ ਇਹ ਖਬਰਾਂ ਵਿੱਚ ਨਾ ਰਵੇ ਜੀ, ਐਸਾ ਰਿਸਕ ਨਹੀਂ ਲਿਆ ਜਾਂਦਾ। ਔਰ ਪ੍ਰਦੇਸ਼ ਦੀ ਸਰਕਾਰ ਇਹਨਾਂ ਦੋਨਾਂ ਮਹੀਨਿਆਂ ਦੇ ਵਿੱਚ ਆਪਣੇ ਜੋ ਦਿੱਲੀ ਚੰਡੀਗੜ੍ਹ 'ਚ ਬੈਠ ਕੇ ਜੋ ਤਮਾਸ਼ੇ ਕਰਨੇ ਆ, ਇਹਨੂੰ ਗਰਮ ਰੱਖਣ ਲਈ ਪਹਿਲਾਂ ਜੀ ਕਾਨੂੰਨ ਵਾਪਸ ਲੈ ਲਏ। ਦਿੱਲੀ ਨੇ ਬਣਾਤੇ ਹੈ, ਅਸੀਂ ਵਾਪਸ ਲੈ ਲਏ। ਉੱਥੇ 10 ਦਿਨ 20 ਦਿਨ 50 ਦਿਨ ਚਰਚਾ ਚਲਾਤੀ। ਉਸ ਤੋਂ ਬਾਅਦ ਪ੍ਰੈਸ਼ਰ ਪਾਤਾ ਗਿਆ, ਇੱਕ ਮਾਹੌਲ ਬਣਾਤਾ ਗਿਆ, ਲਓ ਜੀ ਅਸੀਂ ਆਪਣੇ ਨਵੇਂ ਕਾਨੂੰਨ ਲੈ ਕੇ ਆ ਰਹੇ ਜੀ। ਦੇਖੋ ਪਹਿਲੇ ਜਿਹੜੇ ਵਾਪਸ ਕਾਨੂੰਨ ਲਏ ਗਏ ਆ ਪੰਜਾਬ ਸਰਕਾਰ ਵੱਲੋਂ, ਉੱਤੇ ਕਿਸਾਨ ਨੇ ਕੋਈ ਹੁੰਗਾਰਾ ਨਹੀਂ ਦਿੱਤਾ, ਕੋਈ ਕਾਂਗਰਸ ਪਾਰਟੀ ਦਾ ਥੈਂਕਸ ਧੰਨਵਾਦ ਕੁਛ ਨਹੀਂ ਕੀਤਾ। ਔਰ ਦੂਜੀ ਵਾਰੀ ਵੀ ਜਦੋਂ ਹੋਇਆ ਕਿ ਅਸੀਂ ਲਓ ਜੀ ਇਹ ਬਦਲ ਦਿੱਤਾ ਵਾ, ਇਹ ਮੰਡੀਆਂ ਦਾ ਇਹ ਮਤਲਬ ਹੋਏਗਾ ਜਾਂ MSP ਲਾਗੂ ਰਹੇਗੀ ਔਰ ਅਦਾਲਤ ਜਾਣਾ ਤੁਹਾਨੂੰ ਹੋਏਗਾ, ਜਿਹੜੀਆਂ ਵੀ ਇਤਰਾਜ਼ ਵਾਲੀਆਂ ਗੱਲਾਂ ਉੱਠੀਆਂ ਜਾ ਰਹੀਆਂ ਸੀ ਉਹ ਇਹਨਾਂ ਨੂੰ ਅਮੈਂਡ ਕਰਤਾ ਗਿਆ। ਅੱਛਾ, ਇਹਦੇ 'ਚ ਇੱਕ ਚੀਜ਼ ਆਉਂਦੀ ਹੈ, ਜਿਵੇਂ ਆਪਾਂ ਕਾਂਗਰਸ ਪਾਰਟੀ ਦੀ ਗੱਲ ਕੀਤੀ ਹੈ, ਅਕਾਲੀ ਦਲ ਨੇ ਵੀ ਆਪਣੀ ਰਣਨੀਤੀ ਅਡੋਪਟ ਕੀਤੀ ਆ, ਉਲਟਬਾਜ਼ੀ ਮਾਰੀ ਉਹਨਾਂ ਨੇ BJP ਨਾਲ, ਔਰ ਆਮ ਆਦਮੀ ਪਾਰਟੀ ਨੇ ਵੀ ਕੋਸ਼ਿਸ਼ ਕੀਤੀ, ਪਰ ਅਖੀਰ ਨੂੰ ਜਿਹੜਾ ਉਹ ਐਂ ਲੱਗਿਆ ਵੀ ਇਹ ਕਿਸੇ ਵੀ ਸਿਆਸੀ ਪਾਰਟੀ ਨੂੰ ਹੁਣ ਤੱਕ ਵੀ ਕਿਸਾਨ ਸੰਘਰਸ਼ ਜਿਹੜਾ ਨੇੜੇ ਨਹੀਂ ਟੁੱਕਣ ਦੇ ਰਿਹਾ। ਤੇ ਤੁਹਾਨੂੰ ਕੀ ਲੱਗਦਾ ਕਿ ਇਹ ਇਨਰੋਲ ਕਿਸਾਨ ਹੈ ਜਾਂ ਇਹਦੇ ਪਿੱਛੇ ਤੁਸੀਂ ਕਿਸੇ ਯੋਜਨਾ ਦੀ ਗੱਲ ਕਰਦੇ? ਦੇਖੋ ਯੋਜਨਾ ਬੜੀ ਕਮਾਲ ਦੀ ਹੈ ਜੀ। ਕਿਸਾਨ ਨੂੰ ਤਾਂ ਫਰੰਟ ਤੇ ਕੀਤਾ ਗਿਆ। ਹਾਂ, ਅੱਛਾ, ਅਸੀਂ ਇਹਨੂੰ ਕਿਸਾਨ ਨੂੰ ਇਹ ਚੋਂ ਅਲੱਗ ਨਹੀਂ ਕਰ ਸਕਦੇ। ਹਾਂ, ਜਿਹੜਾ ਫਰੰਟ ਤੇ ਲੜ ਰਿਹਾ ਉਹ ਕਿਸਾਨ ਹੀ ਹੈ। ਕਿਸਾਨ ਹੀ ਹੈ, ਠੀਕ ਹੈ। ਜਿਹੜਾ ਠੰਡ 'ਚ ਬੈਠਾ ਉਹ ਕਿਸਾਨ ਹੀ ਹੈ। ਹਾਂ, ਜਿਨ੍ਹਾਂ ਦੇ ਬੱਚੇ ਬੈਠੇ ਆ, ਬੁੱਢੇ ਬਜ਼ੁਰਗ ਬੈਠੇ ਆ, ਉਹ ਕਿਸਾਨ ਹੀ ਹੈ, ਉਹ ਕੋਈ ਹੋਰ ਨਹੀਂ ਹੈਗੇ। ਫਰੰਟ ਉਹਨਾਂ ਤੋਂ ਕੀਤਾ ਗਿਆ। ਪਿੱਛੇ ਕੀ ਹੈ? ਪਿੱਛੇ ਜਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਉਹਦੇ ਵਿੱਚ ਉਹਨਾਂ ਦੀ ਇੱਕ ਤਾਂ ਯੋਜਨਾ ਇਹ ਰਹੀ ਹੈ ਕਿ ਕੁਛ ਵੀ ਹੋ ਜਾਵੇ, ਕੋਈ ਪੋਲੀਟੀਕਲ ਪਾਰਟੀ ਅੱਗੇ ਅਸੀਂ ਨਹੀਂ ਆਉਂਦੇ ਨਹੀਂ, ਅਸੀਂ ਇਹਨੂੰ ਨਿਰੋਲ ਕਿਸਾਨੀ ਦਾ ਹੀ ਸੰਘਰਸ਼ ਬਣਾ ਕੇ ਰੱਖਣਾ ਹੈ। ਇਹਦਾ ਚਿਹਰਾ ਕਿਸਾਨੀ ਸੰਘਰਸ਼ ਵਾਲਾ ਹੀ ਹੋਏਗਾ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਹਰ ਅੰਦੋਲਨ ਤੋਂ ਇੱਕ ਪਾਰਟੀ ਨਿਕਲਦੀ ਹੈ, ਅਗਰ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਅੰਦੋਲਨ ਹੋਇਆ ਤਾਂ ਜਨਤਾ ਪਾਰਟੀ ਨਿਕਲ ਆਈ, ਜੇ ਅੰਨਾ ਹਜ਼ਾਰੇ ਦਾ ਅੰਦੋਲਨ ਹੋਇਆ ਤਾਂ ਆਮ ਆਦਮੀ ਪਾਰਟੀ ਨਿਕਲ ਆਈ, ਤਾਂ ਕਿ ਜਿਹੜੀ ਨਵੀਂ ਆਉਣ ਵਾਲੀ ਪਾਰਟੀ ਇਸ ਸੈਗਮੈਂਟ ਚੋਂ ਕੱਢੀ ਜਾਣੀ ਹੈ ਉਹਦੇ ਵਾਸਤੇ ਇੱਕ ਚੀਜ਼ ਸੇਫ ਰੱਖੀ ਜਾਏ ਕਿ ਕਿਸੇ ਦੂਜੇ ਪੋਲੀਟੀਕਲ ਪਾਰਟੀ ਨੂੰ ਇਹਦੇ ਵਿੱਚ ਰਾਹ ਹੀ ਨਾ ਦਿੱਤਾ ਜਾਵੇ। ਹਾਂ ਜੀ, ਠੀਕ ਹੈ। ਦੇਖੋ ਆਮ ਆਦਮੀ ਪਾਰਟੀ ਨੇ ਆਪਣੇ ਤੌਰ ਤੇ ਇੱਕ ਨਵਾਂ ਸ਼ਗੂਫਾ ਛੱਡਿਆ ਕਿ ਜੀ ਤੁਸੀਂ, ਇੱਕ ਤਾਂ ਹੁੰਦੀ ਨਾ ਆਪਣੀ ਗ੍ਰਾਮ ਪੰਚਾਇਤ, ਇੱਕ ਹੁੰਦੀ ਗ੍ਰਾਮ ਸਭਾ। ਗ੍ਰਾਮ ਸਭਾ ਜਿਹੜੀ ਹੈ
ਉਹ ਪੂਰੇ ਪਿੰਡ ਨੂੰ ਇਕੱਠਾ ਕਰਕੇ ਜਦੋਂ ਇੱਕ ਮੀਟਿੰਗ ਕੀਤੀ ਜਾਂਦੀ ਹੈ ਤਾਂ ਉਹਨੂੰ ਗ੍ਰਾਮ ਸਭਾ ਕਹਿ ਦਿੰਦੇ ਆ। ਹੁਣ ਉਹਨਾਂ ਨੇ ਇੱਕ ਇਹੋ ਭੁੰਮਲ ਪੂਸਾ ਪਾਇਆ ਕਿ ਤੁਸੀਂ ਗ੍ਰਾਮ ਸਭਾ ਕੋਲੋਂ ਮਤੇ ਪਵਾਓ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ ਜੀ ਜੀ, ਤਾਂ ਕਿ ਅਸੀਂ ਉੱਪਰ ਆ ਜਾ ਕੇ ਦਸੀਏ ਵੀ ਗ੍ਰਾਮ ਸਭਾ ਜਿਹੜੀ ਹੈ ਸਭ ਤੋਂ ਉੱਪਰ ਸੁਪਰੀਮ ਹੁੰਦੀ ਹੈ ਜੀ ਜੀ, ਔਰ ਉਹਦੀ ਇਹ ਮੰਗ ਹੈ। ਜਦ ਕਿ ਤਕਨੀਕੀ ਤੌਰ ਤੇ ਗ੍ਰਾਮ ਸਭਾ ਦੇ ਮਤੇ ਦਾ ਕੋਈ ਮਤਲਬ ਨਹੀਂ ਬਣਦਾ। ਉਹਨਾਂ ਨੇ ਆਪਣੇ ਤੌਰ ਤੇ ਇਹ ਸੋਚਿਆ ਕਿ ਅਸੀਂ ਕੋਈ ਨਾ ਕੋਈ ਵਿਚਲਾ ਰਸਤਾ ਕੱਢ ਕੇ ਅਸੀਂ ਪਿੰਡਾਂ ਵਿੱਚ ਵੜਦੇ ਹਾਂ। ਉੱਥੇ ਗੱਲ ਨਹੀਂ ਬਣੀ ਕਿਉਂਕਿ ਆਮ ਆਦਮੀ ਪਾਰਟੀ ਦੀ ਰੇਂਜ ਜ਼ਿਆਦਾ ਨਹੀਂ ਹੈ। ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੰਗਰੂਰ ਦੇ ਵਿੱਚ ਲੈ ਦੇ ਕੇ ਜਿੱਤੀ ਹੋਇਆ MP ਉਹਨਾਂ ਦਾ, ਬਾਕੀ ਪਾਸੇ ਦਾ ਕੋਈ ਬਹੁਤਾ ਲੰਬਾ ਚੌੜਾ ਨਹੀਂ। ਅਗਰ ਜਿੱਤੇ ਹੋਏ MLA ਵੀ ਨੇ ਉਹਨਾਂ ਦਾ ਬਿਹੇਵੀਅਰ ਹੀ MLAs ਵਰਗਾ ਨਹੀਂ ਹੈ, ਉਹਨਾਂ ਦੀ ਐਟੀਟਿਊਡ ਉਹਨਾਂ ਦੀ ਵਰਕਿੰਗ ਵੀ MLA ਵਰਗੀ ਨਹੀਂ ਹੈ। ਅੱਛਾ, ਠੀਕ ਹੈ ਨਾ। ਤੇ ਨੰਬਰ 2 ਪਾਰਟੀ ਦਾ ਆਧਾਰ ਉਹਨਾਂ ਨੇ ਅਗਰ ਸੀਟਾਂ ਲਈਆਂ ਵੀ ਹੈ ਤੇ ਉਸ ਤਰੀਕੇ ਨਾਲ ਗਰਾਊਂਡ ਤਿਆਰ ਨਹੀਂ ਹੋ ਸਕੀ ਸੀ, ਇਸ ਕਰਕੇ ਉਹਨਾਂ ਦਾ ਇਹ ਪੈਤਰਾ ਫੇਲ ਹੋ ਗਿਆ। ਕਾਂਗਰਸ ਨੇ ਖੇਡਿਆ ਇਹ ਪੱਤਾ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਚੀਜ਼ਾਂ ਕਰ ਦਈਏ, ਦਿਖਾ ਦਈਏ ਵੀ ਅਸੀਂ ਕਰਦੇ ਪਏ, ਹੋਣ ਜਾਂ ਨਾ ਹੋਣ ਉਹ ਕੱਲ ਦੀ ਗੱਲ ਹੈ, ਪਰਸੋਂ ਦੀ ਗੱਲ ਹੈ। ਲੇਕਿਨ ਉਹਨਾਂ ਨੇ ਉਹਨੂੰ ਵੀ ਰਾਹ ਨਹੀਂ ਦਿੱਤਾ। BJP ਵਾਲਿਆਂ ਦੇ ਉਹਨਾਂ ਨੇ ਪਹਿਲਾਂ ਹੀ ਰਸਤੇ ਬੰਦ ਕਰਤੇ ਕਿ ਅਸੀਂ ਪਿੰਡਾਂ 'ਚ ਨਹੀਂ ਦੇਣਾ। ਅਕਾਲੀ ਦਲ ਜਿਹੜਾ ਸੀ, ਅਕਾਲੀ ਦਲ ਆਪਣੀ ਪ੍ਰਸੰਗਿਕਤਾ ਆਪੇ ਹੀ ਗਵਾ ਬੈਠਾ ਜੀ ਜੀ। ਉਹਨੇ ਆਪਣੇ ਆਪ ਨੂੰ ਇਹੋ ਜਿਹੀ ਹਾਸੋਹੀਣੀ ਸਥਿਤੀ 'ਚ ਪਾਇਆ ਕਿ ਕੱਲ ਇਤਿਹਾਸ ਲਿਖਿਆ ਜਾਏਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਂ ਦੇ ਨਾਲ ਕੋਈ ਨਾ ਕੋਈ ਐਸੇ ਅਲੰਕਾਰ ਜ਼ਰੂਰ ਲੱਗਣਗੇ ਜਿਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਨੂੰ ਇੱਕ ਜੋਕਰ ਦੇ ਤੌਰ ਤੇ ਯਾਦ ਕਰਨਗੀਆਂ। ਅੱਛਾ, ਇਦਾਂ ਦੇ ਹਾਲਾਤ ਬਣ ਗਏ, ਅਲੰਕਾਰ ਲੱਗਣਗੇ ਉਹਨਾਂ ਦੇ ਨਾਮ ਨਾਲ, ਐਸੇ ਫੁੰਦਰੇ ਲਗਾਏ ਜਾਣਗੇ ਕਿ ਦੁਨੀਆ ਇਹਨਾਂ ਨੂੰ ਜੋਕਰ ਮੰਨੇਗੀ। ਵੀ ਤੁਸੀਂ ਜਦੋਂ ਜਿੰਨੀ ਦੇਰ ਕਾਨੂੰਨ ਦੀ ਪ੍ਰੋਸੈਸਿੰਗ ਹੁੰਦੀ ਰਹੀ ਹੈ ਤੁਸੀਂ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਹੋ, ਤੁਸੀਂ ਰੈਲੀਆਂ ਕਰਦੇ ਰਹੇ ਹੋ ਜੀ, ਤੁਸੀਂ ਕਦੀ ਈਵਨ ਖੇਤ ਮੰਤਰੀ ਨੂੰ, ਕ੍ਰਿਸ਼ੀ ਮੰਤਰੀ ਨੂੰ, ਖੇਤੀ ਮੰਤਰੀ ਨੂੰ ਬੁਲਾਉਂਦੇ ਹੋ, ਚੰਡੀਗੜ੍ਹ ਦੇ ਵਿੱਚ ਰੈਲੀ ਕਰਾਉਂਦੇ ਹੋ, ਪ੍ਰੈਸ ਕਾਨਫਰੰਸ ਕਰਦੇ ਹੋ, ਉਹਨੂੰ ਕਹਿੰਦੇ ਚਿੱਠੀ ਲਿਖ ਕੇ ਦਿਓ ਜੀ ਅਸੀਂ ਕਿਸਾਨਾਂ ਦੀ ਤਸੱਲੀ ਕਰਾਉਣੀ ਹੈ, ਉੱਥੋਂ ਚਿੱਠੀ ਆ ਜਾਂਦੀ ਹੈ। ਫਿਰ ਤੁਸੀਂ ਵੱਡੇ ਬਾਦਲ ਸਾਹਿਬ ਨੂੰ ਕਹਿੰਦੇ ਤੁਸੀਂ ਆਪਣੀ ਸਟੇਟਮੈਂਟ ਦਿਓ। ਉਹ ਵਿਚਾਰੇ ਐਸੇ ਜਿਹੜੇ ਦਾਨਸ਼ਵਰ ਸਿਆਸਤਦਾਨ ਹੈ ਜਿਹੜੇ ਐਡੀ ਲੰਬੀ ਸਿਆਸੀ ਪਾਰੀ ਖੇਡੀ ਉਹਨਾਂ ਨੇ ਔਰ ਬੜੇ ਉਤਾਰ ਚੜਾਵ ਦੇਖੇ, ਲੇਕਿਨ ਉਹਦੇ ਬਾਵਜੂਦ ਉਹਨਾਂ ਦਾ ਕੱਦ ਬਹੁਤ ਆਪਣਾ ਨੈਸ਼ਨਲ ਲੈਵਲ ਦਾ ਰਿਹਾ। ਉਹਨਾਂ ਨੂੰ ਮਿੱਟੀ 'ਚ ਮਿਲਾ ਦਿੱਤਾ ਆਖਰੀ ਟਾਈਮ 'ਤੇ ਲਿਆ ਕੇ। ਉਹਨਾਂ ਕੋਲੋਂ ਬਿਆਨ ਦਵਾਤੇ ਹੈ। ਜਦੋਂ ਗੱਲ ਦੇਖਿਆ ਕਿ ਲੋਕਾਂ ਦਾ ਪ੍ਰੈਸ਼ਰ ਨਹੀਂ ਘਟਦਾ ਪਿਆ, ਉਦੋਂ ਆਖਰੀ ਦਿਨ ਜਦੋਂ ਬਿੱਲ ਪਾਸ ਹੋਇਆ ਉਦੋਂ ਤੁਸੀਂ ਕਹਿੰਦੇ ਵੀ ਅਸੀਂ ਅਜੇ ਤੱਕ ਘੰਟੇ ਨਹੀਂ ਵੇਚਦੇ ਬਾਹਰ ਆ ਗਏ, ਉਹਦਾ ਕੀ ਫਾਇਦਾ? ਅੱਛਾ, ਫਿਰ ਇਹਦੇ 'ਚ ਹੁਣ ਕੋਈ ਗੇਨ ਕੌਣ ਕਰ ਰਿਹਾ? ਅਸਲੀ ਖਿਡਾਰੀ ਜਿਹੜਾ ਉਹਦਾ ਰੋਲ ਕੀ ਆ, ਉਹਦੇ ਬਾਰੇ ਥੋੜਾ ਜਿਹਾ ਚਰਚਾ ਕਰ ਲਈ। ਦੇਖੋ, ਅਸਲ ਦੇ ਵਿੱਚ ਇਹਦੇ ਪਿੱਛੇ ਲੈਫਟ, ਅੱਛਾ, ਸਿੱਧੇ ਸ਼ਬਦਾਂ 'ਚ ਲੈਫਟ, ਵਾਮਪੰਥ ਜਿਹਨੂੰ ਕਹਿੰਦੇ ਨੇ ਆਪਾਂ, ਉਹ ਵਾਮਪੰਥ ਜਿਹੜਾ ਸ਼ੀਤ ਯੁੱਧ ਦੇ ਟਾਈਮ ਤੇ ਜਿੱਥੇ ਅਮਰੀਕਾ ਕਹਿੰਦਾ ਸੀ ਕਿ ਪੈਸੇ ਨਾਲ ਪਰਚੇਜ਼ ਕਰੋ, ਠੀਕ ਹੈ ਨਾ, ਤਾਕਤ ਨਾਲ ਪਰਚੇਜ਼ ਕਰੋ ਜੀ, ਉੱਥੇ ਵਾਮਪੰਥ ਦਾ ਆਈਡੀਆ ਸੀ ਕਿ ਦਿਮਾਗ ਤੇ ਕਬਜ਼ਾ ਕਰੋ। ਅੱਛਾ, ਉਹਦੇ ਲਈ ਲਿਟਰੇਚਰ, ਕਹਾਣੀਆਂ, ਨਾਵਲ, ਰਸਾਲੇ, ਬਹੁਤ ਗੰਭੀਰ ਚੀਜ਼ਾਂ ਜੀ ਇਹ ਫਲੋਟ ਕੀਤੀਆਂ ਗਈਆਂ ਸੀ। ਲੋਕਾਂ ਦੇ ਦਿਮਾਗ ਦੇ ਉੱਪਰ ਜੇ ਕਬਜ਼ਾ ਕਰ ਲੋਗੇ ਤੇ ਉਹ ਚੱਲੇਗੇ ਤੁਹਾਡੇ ਹਿਸਾਬ ਨਾਲ। ਇਹ ਵਾਮਪੰਥ ਦੀ ਬੈਕਗਰਾਊਂਡ ਹੈ। ਠੀਕ ਹੈ। ਇਹ ਵਾਮਪੰਥ ਜਿਹੜਾ ਸੀ ਪੰਜਾਬ 'ਚ ਕੀ ਹਿੰਦੁਸਤਾਨ, ਮਾਰਕਸਵਾਦ ਕਰਕੇ ਵੀ ਨਹੀਂ ਜਾਣਦੇ, ਮਾਰਕਸਵਾਦ, ਲੈਨਿਨਵਾਦ ਸਾਰੇ ਇਹ ਜਾਣਿਆ ਗਿਆ ਇਸ ਲੈਵਲ ਤੱਕ ਕਿ ਜਿਹੜਾ ਆਜ਼ਾਦੀ ਤੋਂ ਬਾਅਦ ਦਾ ਦੌਰ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸੀ ਇਸ ਵਿਚਾਰ ਦਾ ਇੱਕ ਬਹੁਤ ਵੱਡਾ ਸੈਗਮੈਂਟ ਸੀ, ਬਹੁਤ ਵੱਡਾ ਲੌਬੀ ਬਣ ਗਈ ਸੀ ਜੀ, ਜਿਹੜੀ ਹੌਲੀ ਹੌਲੀ ਆਪਣੇ ਆਪ ਨੂੰ ਇਸ ਵਿਚਾਰ ਦੇ ਨਾਲ ਜੋੜਦੀ ਸੀ ਜੀ। ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜਾ ਉਹ ਜਿਹੜੇ ਵਾਮਪੰਥੀ ਹੈ ਉਹਨਾਂ ਦਾ ਆਧਾਰ ਗ੍ਰਾਮੀਣ ਖੇਤਰ ਹੈ, ਸ਼ਹਿਰੀ ਖੇਤਰ ਨਹੀਂ ਹੈ। ਅੱਛਾ, ਤੁਸੀਂ ਦੇਖੋ ਕਿ ਅੱਜ ਤੱਕ ਪੰਜਾਬ ਦੇ ਵਿੱਚ ਉਹਨਾਂ ਨੇ ਜਿੰਨੀਆਂ ਵੀ ਸੀਟਾਂ ਦਿੱਤੀਆਂ ਸਾਰੀਆਂ ਪਿੰਡੂ ਬੈਲਟ ਵਾਲੀ ਦਿੱਤੀਆਂ, ਕਦੀ ਵੀ ਸ਼ਹਿਰੀ ਬੈਲਟ ਵਾਲੀ ਸੀਟ ਨਹੀਂ ਦਿੱਤੀ ਕਾਂਗਰਸ ਨੇ ਜੀ। ਇਸ ਕਰਕੇ ਪਿੰਡਾਂ ਦੇ ਵਿੱਚ ਉਹਨਾਂ ਦਾ ਬੇਸ ਕੈਡਰ ਜਿਹੜਾ ਸੀ ਉਹ ਹੈਗਾ ਸੀ। ਉਹ ਰੂਸ ਦੇ ਟੁੱਟਣ ਤੋਂ ਬਾਅਦ ਕਮਜ਼ੋਰ ਪੈ ਗਿਆ ਔਰ ਰੂਸ ਦੇ ਹੁਣ ਫਿਰ ਉਦੈ ਹੋ ਚੁੱਕਾ ਹੈ ਤੇ ਹੁਣ ਉਹ ਫਿਰ ਸਟਰੋਂਗ ਨੇ। ਹੁਣ ਇਹ ਨਵਾਂ ਜਿਹੜਾ ਖੇਲ ਸਾਰਾ ਹੋਇਆ ਜੀ, ਉਹ ਇਹ ਸੋਚ ਕੇ ਖੇਡਿਆ ਜਾ ਰਿਹਾ ਹੈ ਕਿ ਇਸ ਆੜ ਦੇ ਵਿੱਚ ਇੱਕ ਮੁੱਦਾ ਹੱਥ 'ਚ ਆ ਗਿਆ, ਇਸ ਮੁੱਦੇ ਨੂੰ ਭੁਨਾਇਆ ਜਾਏ ਔਰ ਇਸ ਮੁੱਦੇ 'ਚੋਂ ਅੰਦੋਲਨ 'ਚੋਂ ਇੱਕ ਨਵੀਂ ਪਾਰਟੀ ਕੱਢੀ ਜਾਏ ਜਿਹੜੀ ਦੇਖਣ ਨੂੰ ਕਾਮਰੇਡਾਂ ਵਰਗੀ ਨਾ ਹੋਵੇ, ਦੇਖਣ ਨੂੰ ਕਮਿਊਨਿਸਟ ਨਾ ਹੋ। ਜਿੱਦਾਂ ਤੁਸੀਂ ਦੇਖੋ ਅਰਵਿੰਦ ਕੇਜਰੀਵਾਲ ਹੈ, ਉਹ ਬਹੁਤ ਮਾਡਰਨ ਕਾਮਰੇਡ ਹੈ, ਉਹਦੀ ਸੋਚ ਸਾਰੀ ਕਮਿਊਨਿਸਟਾਂ ਵਾਲੀ ਹੈ ਜੀ, ਪਰ ਉਹ ਮਾਡਰਨ ਹੈ। ਉਹਨੇ ਕਮਿਊਨਿਸਟਾਂ ਨੂੰ ਆਪਣੇ ਆਪ ਨੂੰ ਮਤਿਆਂ 'ਚ ਉਲਝਾ ਕੇ ਇੱਕ ਦੂਜੇ ਨਾਲ ਬਹਿਸਬਾਜ਼ੀ ਵਾਲਾ ਜਿਹੜਾ ਉਹਨਾਂ ਦਾ ਕਲਚਰ ਸੀ
ਉਹ ਤੋਂ ਹਟ ਕੇ ਪ੍ਰੈਕਟੀਕਲ ਵਾਲੇ ਪਾਸੇ ਆ ਗਿਆ ਔਰ ਇੱਕ ਨੰਬਰ ਤੇ ਦੇਖੋ ਆ ਗਿਆ ਔਰ ਇਹ ਕਮਿਊਨਿਜ਼ਮ ਦੇ ਵਿੱਚ ਖੂਬਸੂਰਤੀਆਂ ਵੀ ਬਹੁਤ ਹੈ ਠੀਕ ਹੈ ਨਾ ਲੈਫਟ ਵਿੱਚ ਖੂਬਸੂਰਤੀਆਂ ਵੀ ਬਹੁਤ ਹੈ ਉਹਨੇ ਉਹਦੀਆਂ ਖੂਬਸੂਰਤੀਆਂ ਚੱਕ ਲਈਆਂ ਜਿਹੜੀਆਂ ਅੱਛੀਆਂ ਚੀਜ਼ਾਂ ਸੀ ਨਹੀਂ ਚੱਕੀਆਂ ਤੇ ਅੱਜ ਉਹ ਦੇਖ ਲਓ ਸਫਲ ਉਹ ਦਿੱਲੀ ਵਰਗੇ ਰਾਜਧਾਨੀ ਚ ਔਰ ਰਾਜਧਾਨੀ ਕਾਮਯਾਬ ਸੋ ਇਹ ਜਿਹੜਾ ਹੈਗਾ ਨਾ ਸਾਰਾ ਇਹਦੇ ਪਿੱਛੇ ਸਾਰਾ ਖੇਡ ਹੋ ਰਿਹਾ ਜੀ ਅੱਜ ਕੇਂਦਰ ਸਰਕਾਰ ਜਿਹੜੀ ਹੈ ਅਗਰ ਉਹ ਅੱਜ ਇਸ ਚੀਜ਼ ਤੇ ਅੜੀ ਹੋਈ ਹੈ ਨਾ ਜਿੱਦ ਕਰਕੇ ਤੇ ਉਹ ਵੀ ਇਹ ਸਾਰਾ ਖੇਲ ਸਮਝ ਗਈ ਹੈ ਕਿ ਕਿਸਾਨਾਂ ਨੂੰ ਤਾਂ ਬਚਾਉਣ ਅੱਗੇ ਕੀਤਾ ਹੋਇਆ ਨਹੀਂ ਤੁਹਾਨੂੰ ਹੁਣ ਲੱਗਦਾ ਕਿ ਇਹ ਕੇਂਦਰ ਸਰਕਾਰ ਨੂੰ ਸਮਝ ਆ ਗਈ ਹੈ ਜਾਂ ਪਹਿਲਾਂ ਤੋਂ ਸਮਝ ਸੀਗੀ ਕੇਂਦਰ ਸਰਕਾਰ ਦੀ ਰਣਨੀਤੀ ਜਿਹੜੀ ਹੈ ਹੁਣ ਤੱਕ ਅਗਰੈਸਿਵ ਨਹੀਂ ਰਹੀ ਪਰ ਇੱਥੇ ਆ ਕੇ ਹੁਣ ਉਹ ਬਿਲਕੁਲ ਜਿੱਦਾਂ ਜਿਹੜੀਆਂ ਸੰਘਰਸ਼ ਕਰਨ ਵਾਲੀਆਂ ਧਿਰਾਂ ਨੇ ਉਹ ਸਖਤ ਹੁੰਦੀਆਂ ਗਈਆਂ ਨੇ ਕਿ ਲਓ ਜੀ ਹੁਣ ਤੱਕ ਕਾਨੂੰਨ ਵਾਪਸ ਕਰਾ ਕੇ ਜਾਣਾ ਇਸ ਤਰੀਕੇ ਨਾਲ ਹੁਣ ਮੈਨੂੰ ਲੱਗਦਾ ਉੱਧਰੋਂ ਵੀ ਸਪਸ਼ਟ ਇਨਕਾਰ ਹੀ ਲੱਗਦਾ ਕਿਉਂਕਿ ਮੋਦੀ ਜੀ ਵੀ ਹੁਣ ਤੱਕ ਵੀ ਰੈਲੀਆਂ ਜਾਖੀ ਜਾਂਦੇ ਆ ਕਿ ਅਸੀਂ ਤਾਂ ਕਿਸਾਨਾਂ ਦੇ ਭਲੇ ਲਈ ਕੀਤਾ ਜੋ ਕੀਤਾ ਇਹ ਬਿਲਕੁਲ ਸਹੀ ਕੀਤਾ ਅਗਰੈਸਿਵ ਅਗਰ ਕੇਂਦਰ ਸਰਕਾਰ ਨਹੀਂ ਹੋਈ ਨਾ ਤਾਂ ਉਹਦੇ ਪਿੱਛੇ ਦਾ ਕਾਰਨ ਇਹ ਹੈ ਕਿ ਮਸਲਾ ਪੰਜਾਬ ਨਾਲ ਜੁੜਿਆ ਹੈ ਅੱਛਾ ਜੀ ਔਰ ਪੰਜਾਬ ਨਾਲ ਜੁੜੇ ਮਸਲੇ ਜਿਹੜੇ ਹੈ ਉਹਨਾਂ ਦੇ ਉੱਪਰ ਪ੍ਰਯੋਗਸ਼ਾਲਾ ਜਿਹੜੀ ਸੀ ਬਣਾਈ ਉਹ ਸਭ ਤੋਂ ਪਹਿਲਾਂ ਕਾਂਗਰਸ ਨੇ ਬਣਾਈ ਸੀ ਔਰ ਅੱਜ ਕਾਂਗਰਸ ਦੀ ਜੋ ਪੋਜੀਸ਼ਨ ਹੈ ਜੀ ਉਹ ਕਾਂਗਰਸ ਨੇ ਜੋ ਪੰਜਾਬ ਪ੍ਰਯੋਗ ਕੀਤੇ ਉਹਦਾ ਦੂਰਗਾਮੀ ਜਿਹੜਾ ਨੁਕਸਾਨ ਹੋਇਆ ਕਾਂਗਰਸ ਨੂੰ ਉਹ ਸਾਰੇ ਪਾਸੇ ਪੱਤਾ ਸਾਫ ਹੋ ਗਿਆ ਮਜ਼ੇ ਦੀ ਗੱਲ ਹੈ ਕਿ ਉਹ ਸਟੇਟ 'ਚ ਹਾਲੇ ਅੱਜ ਕਾਂਗਰਸ ਦਾ ਹੀ ਰਾਜ ਹੈ ਇਹ ਵੀ ਇੱਕ ਐਕਸੀਡੈਂਟਲ ਹੈ ਸਾਰਾ ਸਿਲਸਿਲਾ ਲੇਕਿਨ ਕੀ ਗੱਲ ਹੈ ਕਿ ਇਹ ਬੀਜੇਪੀ ਅੱਛੀ ਤਰ੍ਹਾਂ ਨਾਲ ਸਮਝਦੀ ਇਸ ਗੱਲ ਨੂੰ ਆਰਐਸਐਸ ਔਰ ਬੀਜੇਪੀ ਦਾ ਆਪਣਾ ਕਾਡਰ ਹੈ ਉਹਨਾਂ ਕੋਲ ਆਪਣਾ ਬਹੁਤ ਵਿਚਾਰ ਕਰਨ ਦਾ ਥਿੰਕ ਟੈਂਕ ਹੈ ਇਹ ਜਿਹੜਾ ਸਾਰਾ ਸਿਲਸਿਲਾ ਇਸ ਕਰਕੇ ਸਖਤੀ ਨਹੀਂ ਕੀਤੀ ਗਈ ਦੇਖੋ ਕਈ ਘਟਨਾਵਾਂ ਜਦੋਂ ਨਾ ਇਤਿਹਾਸ ਦੇ ਨਾਲ ਮਿਲਦੀਆਂ ਜੁਲਦੀਆਂ ਆਉਂਦੀਆਂ ਤੇ ਬੰਦਾ ਸੋਚਦਾ ਦੇਖਦਾ ਵਾ ਦੂਰ ਬੈਠ ਕੇ ਕਿ ਇਹ ਤਾਂ ਯਾਰ ਉਦੋਂ ਵੀ ਹੋਇਆ ਸੀ ਔਰ ਉਹਦਾ ਉਸ ਵੇਲੇ ਕੀ ਹੋਇਆ ਸੀ ਔਰ ਐਤਕੀ ਕੀ ਹੋਇਆ ਹੁਣ ਤੁਸੀਂ ਦੇਖੋ ਕਿ ਦਿੱਲੀ ਜਾਣ ਤੋਂ ਰੋਕਣ ਵਾਸਤੇ ਹਰਿਆਣਾ ਸਰਕਾਰ ਨੇ ਐਤਕੀ ਵੀ ਬੈਰੀਅਰ ਲਾਏ ਤੇ 1982 'ਚ ਵੀ ਕੰਮ ਹੋਇਆ ਸੀ 1982 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਧਰਮ ਯੁੱਧ ਮੋਰਚੇ ਦੇ ਦੌਰਾਨ ਇਹ ਬਿਆਨ ਦਿੱਤਾ ਕਿ ਕੇਂਦਰ ਸਰਕਾਰ ਸਾਡੇ ਨਾਲ ਗੱਲ ਨਹੀਂ ਕਰ ਰਹੀ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਸਾਡੇ ਤੇ ਵਿਚਾਰ ਨਹੀਂ ਕਰ ਰਹੀ ਅਸੀਂ ਮੋਰਚਾ ਲਗਾ ਰਹੇ ਹਾਂ ਸ਼ਾਂਤੀਮਈ ਮੋਰਚਾ ਲਗਾ ਰਹੇ ਹਾਂ ਕਿਸੇ ਨੂੰ ਨੁਕਸਾਨ ਨਹੀਂ ਹੋ ਰਿਹਾ ਕਿਸੇ ਨੂੰ ਅਸੀਂ ਕੋਈ ਮਾੜਾ ਨਹੀਂ ਕਹਿੰਦੇ ਕੋਈ ਬੁਰਾ ਨਹੀਂ ਕਹਿੰਦੇ ਕੋਈ ਕਿਸੇ ਦਾ ਜੀਵਨ ਦਾ ਜਿਹੜਾ ਤੰਤਰ ਚੱਲਦਾ ਪਿਆ ਜਾਂ ਜੀਵਨ ਯਾਪਨ ਚੱਲਦਾ ਪਿਆ ਉਹ 'ਚ ਕੋਈ ਦਖਲਅੰਦਾਜ਼ ਨਹੀਂ ਹੋ ਰਹੇ ਤੇ ਸਰਕਾਰ ਨੂੰ ਇਹ ਸ਼ਾਂਤੀ ਪ੍ਰਿਯ ਜਿਹੜੀ ਸੋਚ ਹੈ ਉਹਦੀ ਪਰਵਾਹ ਕੋਈ ਨਹੀਂ ਹੈਗੀ ਤੇ ਅਸੀਂ ਐਤਕੀ ਉਸ ਵੇਲੇ 82 ਦੇ ਵਿੱਚ ਵੀ ਦਿੱਲੀ ਜਾਵਾਂਗੇ ਤੇ ਨੈਸ਼ਨਲ ਗੇਮਸ ਜਿਹੜੀਆਂ ਹੋ ਰਹੀਆਂ ਨੇ ਜੀ ਏਸ਼ੀਅਨ ਗੇਮਸ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ ਜੀ ਔਰ ਉਸ ਮੌਕੇ ਤੇ ਕਿਉਂਕਿ ਪੂਰੀ ਦੁਨੀਆ ਦੇ ਖਿਡਾਰੀ ਆਏ ਹੋਣਗੇ ਏਸ਼ੀਆ ਦੇ ਖਿਡਾਰੀ ਆਏ ਹੋਣਗੇ ਉਹਨਾਂ ਦੇ ਸਾਹਮਣੇ ਜਾ ਕੇ ਇਹਨਾਂ ਦੀ ਪੋਲ ਖੋਲਾਂਗੇ ਕਿ ਇਹ ਲੋਕ ਸ਼ਾਂਤੀ ਪ੍ਰਿਯ ਅੰਦੋਲਨ ਕਰਨ ਵਾਲਾ ਕਿਹਦਾ ਸਲੂਕ ਕਰਦੇ ਜੀ ਔਰ ਕਿਉਂਕਿ ਉਸ ਅੰਦੋਲਨ ਨੂੰ ਉਹ ਜਿਹੜਾ ਏਸ਼ੀਅਨ ਗੇਮਸ ਸੀਗੀਆਂ ਉਹਨਾਂ ਨੂੰ ਸਾਰੇ ਦਾ ਸਾਰਾ ਸੰਚਾਲਨ ਜਿਹੜਾ ਸੀ ਉਹ ਰਾਜੀਵ ਗਾਂਧੀ ਕਰ ਰਹੇ ਸੀ ਔਰ ਉਹ ਨਵੇਂ ਸਿਆਸਤ 'ਚ ਆਏ ਸੀ ਕਿਉਂਕਿ ਸੰਜੇ ਦੀ ਮੌਤ ਤੋਂ ਬਾਅਦ ਸ਼੍ਰੀਮਤੀ ਗਾਂਧੀ ਉਹਨਾਂ ਨੂੰ ਪਾਇਲਟ ਦੀ ਨੌਕਰੀ ਛੁਡਵਾ ਕੇ ਦੇਸ਼ ਦੀ ਪ੍ਰਧਾਨ ਮੰਤਰੀ ਜਿਹੜੀ ਉਹ ਆਪਣੇ ਬੇਟੇ ਨੂੰ ਸਿਆਸਤ 'ਚ ਲਾਈ ਸੀ ਤਾਂ ਕਿ ਅੱਗੇ ਜਾ ਕੇ ਉਹ ਉਹਨਾਂ ਦਾ ਸਥਾਨ ਲੈ ਸਕਣ ਰਾਜੀਵ ਗਾਂਧੀ ਦਾ ਅਕਸ ਨਾ ਖਰਾਬ ਹੋਵੇ ਇਸ ਗੱਲ ਨੂੰ ਲੈ ਕੇ ਉਸ ਵੇਲੇ ਇੰਦਰਾ ਗਾਂਧੀ ਦੇ ਆਰਡਰ ਤੇ ਜਾਂ ਕੇਂਦਰ ਦੇ ਆਰਡਰ ਤੇ ਜਿੱਦਾਂ ਇਸ ਵੇਲੇ ਭਾਜਪਾ ਦੀ ਸਰਕਾਰ ਕੇਂਦਰ 'ਚ ਔਰ ਭਾਜਪਾ ਦੀ ਹੀ ਸਰਕਾਰ ਹਰਿਆਣਾ 'ਚ ਹੈ ਉਸੇ ਤਰ੍ਹਾਂ ਉਸ ਵੇਲੇ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਹਰਿਆਣਾ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਭਜਨ ਲਾਲ ਦਾ ਚੀਫ ਮਿਨਿਸਟਰ ਔਰ ਉਸ ਵੇਲੇ ਆਰਡਰ ਆਇਆ ਕਿ ਤੁਸੀਂ ਸਿੱਖਾਂ ਨੂੰ ਐਂਟਰੀ ਜਿਹੜੀ ਹੈ ਉਹ ਹੋਣੀ ਤਾਂ ਹਰਿਆਣੇ ਥਾਣੀ ਹੈ ਤੁਸੀਂ ਉਹਨੂੰ ਲੰਘਣ ਨਾ ਦਿਓ ਤਾਂ ਕਿ ਉੱਥੇ ਦਾ ਮਾਹੌਲ ਖਰਾਬ ਨਾ ਹੋ ਸਕੇ ਅੱਛਾ ਉੱਥੇ ਬਹੁਤ ਸਾਰੇ ਹੋਰ ਕੰਮ ਹੋਣੇ ਸੀ ਰੇਲ ਟਰੈਕ ਬਣਨੇ ਸੀ ਨਵੀਆਂ ਰੋਡਸ ਬਣਨੀਆਂ ਸੀ ਬ੍ਰਿਜ ਬਣਨੇ ਸੀ ਜੀ ਠੀਕ ਹੈ ਨਾ ਬੜੇ ਵੱਡੇ ਸਟੇਡੀਅਮ ਬਣਨੇ ਸੀ ਰੈਸਟ ਹਾਊਸ ਬਣਨੇ ਸੀ ਬਹੁਤ ਕੁਝ ਬਣਨਾ ਸੀ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਸੀ ਤੇ ਉਸ ਵੇਲੇ ਦੀ ਸਰਕਾਰ ਨੇ ਹਰਿਆਣਾ ਸਰਕਾਰ ਨੇ ਟ੍ਰੇਨਾਂ ਤੋਂ ਬੱਸਾਂ ਤੋਂ ਕਾਰਾਂ ਤੋਂ ਉਤਾਰ ਕੇ ਸਿੱਖਾਂ ਨਾਲ ਇਨਸਲਟਿੰਗ ਬਿਹੇਵ ਕੀਤਾ ਇੰਨਾ ਇਨਸਲਟਿੰਗ ਕਿ ਬਹੁਤ ਵਿਦਵਾਨ ਬੜੇ ਵੱਡੇ ਫੌਜ ਦੇ ਜਰਨੈਲ ਐਕਸ MP ਐਕਸ ਮਿਨਿਸਟਰਸ ਠੀਕ ਹੈ ਨਾ ਬਹੁਤ ਸਾਰੇ ਐਸੇ ਸਟਾਰ ਲੋਕ ਔਰ ਸਾਡੇ ਹੀਰੋ ਲੋਕ ਐਸੇ ਸੀ ਜਿਹੜੇ ਸਿੱਖ ਵੇਸ਼ਭੂਸ਼ਾ ਸੀ ਔਰ ਉਹਨੂੰ ਇਸ ਵੇਸ਼ਭੂਸ਼ਾ ਦਾ ਹੋਣ ਕਰਕੇ ਅਪਮਾਨਿਤ ਮਹਿਸੂਸ ਕਰਨਾ ਪਿਆ ਆਮ ਲੋਕਾਂ ਨੇ ਤੇ ਕੀਤਾ ਆਮ ਸਿੱਖਾਂ ਤੇ ਪੀੜਾ ਹੋਈ ਬਹੁਤ ਵੱਡੇ ਲੋਕ ਵੀ ਪੀੜਾ ਦਾ ਸ਼ਿਕਾਰ ਹੋਏ ਔਰ ਉਹ ਚੀਜ਼ ਇੰਨੀ ਬਾਅਦ 'ਚ ਉਹਦਾ ਗਲਤ ਮੈਸੇਜ ਗਿਆ ਜਿਹਨੂੰ ਪਿੰਡਾਂ ਵਾਲੇ ਨੇ ਇਹ ਕਹਿ ਕੇ ਮਤਲਬ ਕਿ ਪ੍ਰਭਾਸ਼ਿਤ ਕੀਤਾ ਸੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਦੇਸ਼ ਦੇ ਵਿੱਚ ਸਿੱਖਾਂ ਨੂੰ ਦੂਜੇ ਦਰਜੇ ਦਾ ਨਾਗਰਿਕ
ਨਹੀਂ ਸਮਝਿਆ ਜਾਂਦਾ। ਜੇ ਇਸ ਗੱਲ ਨੂੰ ਨਹੀਂ ਸਮਝਦੇ ਤਾਂ ਜਾਓ ਤੇ ਮੈਨੂੰ ਦੱਸੋ ਕਿ ਹਰਿਆਣਾ ਦੇ ਵਿੱਚ ਸਿੱਖਾਂ ਦੇ ਨਾਲ ਇੱਦਾਂ ਕਿੱਦਾਂ ਕੇ ਬਿਹੇਵੀਅਰ, ਕੀ ਸਿੱਖ ਹਿੰਦੁਸਤਾਨ ਦੇ ਨਾਗਰਿਕ ਨਹੀਂ ਸੀ? ਕੀ ਉਹ ਏਸ਼ੀਅਨ ਗੇਮਸ ਦੇਖਣ ਵਾਸਤੇ ਵੀ ਨਹੀਂ ਜਾ ਸਕਦੇ? ਕੀ ਸਿਰਫ ਚੰਦ ਸਿਆਸਤਦਾਨਾਂ ਦੇ ਬਿਆਨ ਦੇ ਕਰਕੇ ਤੁਸੀਂ ਸਾਰੀ ਕੌਮ ਨੂੰ ਜਲੀਲ ਕੀਤਾ? ਇਹ ਦੂਜੇ ਦਰਜੇ ਦੇ ਨਾਗਰਿਕ ਵਾਲਾ ਜਿਹੜਾ ਤਗਮਾ ਸੀ ਉਹ ਉਸ ਘਟਨਾ ਨੇ ਲਗਵਾਇਆ ਸੀ। ਔਰ ਸ਼ਾਇਦ ਇਹੀ ਰੀਜ਼ਨ ਹੈ ਕਿ ਇਸ ਵਾਰੀ ਹਰਿਆਣੇ ਦੀ ਸਰਕਾਰ ਨੇ ਮਾੜਾ ਮੋਟਾ ਪਾਣੀ ਦੀਆਂ ਬੌਛਾਰਾਂ ਮਾਰ ਕੇ ਆਪਣੇ ਤੌਰ ਤੇ ਟਰਾਈ ਕਰ ਲਈ, ਬੈਰੀਕੇਡਸ ਲਗਾਤੇ, ਵੱਡੇ ਵੱਡੇ ਪੱਥਰ ਰੱਖਤੇ, ਗੱਡੀਆਂ ਖੜੀਆਂ ਕਰਤੀਆਂ ਤਾਂ ਕਿ ਨਾ ਆ ਸਕਣ, ਪਰ ਡੰਡਾ ਗੋਲੀ ਨਹੀਂ ਚਲਾਈ ਗਈ। ਇਹ ਇਲਜ਼ਾਮ ਨਹੀਂ ਲੱਗੇਗਾ ਉਹਨਾਂ ਤੇ। ਅੱਛਾ, ਕਿਉਂਕਿ ਜਾਣਦੇ ਸੀ ਕਿ ਭਜਨਾਂ ਵਾਲਾ ਟਿੱਕਾ ਜਿਹੜਾ ਉਹ ਅਸੀਂ ਨਹੀਂ ਲਵਾਉਣਾ ਹੈਗਾ। ਜੀ ਜੀ ਜੀ। ਤੇ ਹੁਣ ਇਹ ਘਟਨਾਵਾਂ ਜਿਹੜੀਆਂ ਕਿਵੇਂ ਰੇਟ ਕਰਦੀਆਂ ਕਿ ਇੱਕ ਤਰੀਕੇ ਨਾਲ ਸੰਘਰਸ਼ ਸ਼ੁਰੂ ਹੁੰਦਾ ਛੋਟੀਆਂ ਮੰਗਾਂ ਤੋਂ, ਔਰ ਵੱਧਦੀ ਮੰਗ ਜਿਹੜੀ ਆ ਉਹ ਪੂਰੀ ਉੱਥੇ ਤੱਕ ਪਹੁੰਚ ਗਈ ਹੈ ਕਿ ਅਸੀਂ ਮੰਗਾਂ ਮਨਵਾਉਣ ਤੋਂ ਬਗੈਰ ਜਾਣਾ ਹੀ ਨਹੀਂ। ਤੁਸੀਂ ਤੇ ਦੇਖੋ, ਤੁਹਾਨੂੰ ਕੀ ਲੱਗਦਾ ਕਿ ਇਹ ਹੁਣ ਇਹਦਾ ਕਿਸ ਤੜਪਤਨ ਲੱਗੇਗੀ ਬੇੜੀ ਜਾਂ ਕੀ ਹੋਏਗਾ? ਤਨ ਪਤਨ ਕਿੱਥੇ ਲੱਗੇਗੀ, ਕਿੱਦਾਂ ਲੱਗੇਗੀ, ਇਹ ਤਾਂ ਜਾ ਕੇ ਅੱਗੇ ਵਕਤ ਦਾ ਸਵਾਲ ਹੈ ਔਰ ਵਕਤੀ ਦਾ ਜਵਾਬ ਦੇ ਸਕਦਾ ਹੈ। ਮੈਂ ਤਾਂ ਇਹ ਜਾਣਦਾ ਕਿ ਕਈ ਵਾਰੀ ਉਹ ਕਹਿੰਦੇ ਨਾ ਖਤਾ ਲਮਹੋਂ ਨੇ ਕੀਤੀ ਔਰ ਸਜ਼ਾ ਸਦੀਆਂ ਨੇ ਸਜ਼ਾ ਪਾਈ। ਇਹ ਪੰਜਾਬ ਪਹਿਲਾਂ ਵੀ ਭੁਗਤ ਚੁੱਕਾ ਕਿਤੇ ਹੁਣ ਈਸ਼ਵਰ ਕਰੇ ਇਹੋ ਜਿਹੇ ਹਾਲਾਤ ਨਾਲ ਪੰਜਾਬ ਫਸੇ। ਕਿਉਂਕਿ ਤੁਸੀਂ ਦੇਖੋ, ਗੱਲ ਤਾਂ ਇੱਕ ਕਿਸਾਨ ਦੀ ਸ਼ੁਰੂ ਹੋਈ ਸੀ ਕਿ ਉਹਨੂੰ ਕੀ ਸੂਟ ਕਰਦਾ ਕੀ ਨਹੀਂ ਕਰਦਾ। ਦੇਖੋ ਇੱਕ ਇਹ ਤਰਕ ਜਿਹੜੇ ਹੈ ਇਹ ਸ਼ਾਇਦ ਇਹ ਵੀ ਆਉਣ ਵਾਲੇ ਟਾਈਮ 'ਚ ਇਹਨਾਂ ਦਾ ਕੋਈ ਮਤਲਬ ਨਾ ਰਹਿ ਜੇ ਕਿ MSP ਕੀ ਹੈ ਜਾਂ ਕੰਟਰੈਕਟ ਫਾਰਮਿੰਗ ਐਕਟ ਕੀ ਹੈ ਤੇ ਫਲਾਣਾ ਐਕਟ ਕੀ ਹੈ ਤੇ ਟਮਕਾਣਾ ਐਕਟ ਕੀ ਹੈ। ਕਿਉਂਕਿ ਬੈਠੇ ਜਿਹੜੇ ਆ ਨਾ ਉੱਥੇ ਜਾ ਕੇ ਐਕਟਾਂ ਦਾ ਉਹਨਾਂ ਨੂੰ ਕੁਝ ਨਹੀਂ ਪਤਾ ਹੈਗਾ, ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੈ। ਉਹ ਇਹ ਹੈ ਕਿ ਉਹ ਗਰਮ ਬਹੁਤ ਜ਼ਿਆਦਾ ਕਰ ਦਿੱਤੇ ਗਏ, ਠੀਕ ਹੈ ਨਾ, ਬਹੁਤ ਜ਼ਿਆਦਾ ਗਰਮ ਕਰ ਦਿੱਤੇ ਗਏ ਹੈ, ਜਿਹਦੀ ਵਜ੍ਹਾ ਨਾਲ ਉਹ ਉੱਥੇ ਇੰਨੇ ਗਰਮ ਹੋ ਕੇ ਬੈਠੇ ਕਿ ਹੁਣ ਜਿਹੜੇ ਅੱਗੇ ਉਹਨਾਂ ਨੂੰ ਲੀਡ ਕਰਨ ਵਾਲੇ ਹੈ ਉਹਨਾਂ ਤੇ ਵੀ ਹੁਣ ਉਂਗਲੀਆਂ ਉੱਠਣੀਆਂ। ਬਿਲਕੁਲ ਤੁਹਾਡੀ ਅਰਜੁਨ ਜੀ ਗੱਲ ਇਸ ਕਰਕੇ ਵੀ ਵਾਜਬ ਜਾਪਦੀ ਹੈ ਕਿਉਂਕਿ ਜਿਹੜੀ MSP ਆ ਉਹ ਸਾਡੇ ਪੰਜਾਬ ਦੇ ਵਿੱਚ ਹੀ ਮੇਨਲੀ ਤੌਰ ਤੇ ਲਾਗੂ ਆ, ਥੋੜੇ ਹਰਿਆਣੇ ਦੇ ਵਿੱਚ ਤੇ ਥੋੜੀ ਯੂਪੀ ਦਾ ਇੱਕ ਪਾਰਟ ਜਿੱਥੇ ਆਪਾਂ ਕਹਿੰਦੇ ਉੱਥੇ ਲਾਗੂ ਆ। ਜਦੋਂ ਕਿ ਬਾਕੀ ਦਾ ਜਿਹੜਾ ਦੇਸ਼ ਆ ਉਹਨੂੰ MSP ਦੀ ਜਿੱਦਾਂ ਜ਼ਰੂਰਤ ਨਹੀਂ ਜ਼ਿਆਦਾ ਮਹਿਸੂਸ ਹੋਈ, ਉਹਨਾਂ ਨੇ ਕਦੇ ਮੰਗ ਨਹੀਂ ਕੀਤੀ ਕਿ ਸਾਨੂੰ MSP ਦਿਓ। ਉਹ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਏਰੀਏ ਦੇ ਹਿਸਾਬ ਨਾਲ ਬੀਜਦੇ ਆ ਔਰ ਉਹ ਡਿਮਾਂਡ ਦੇ ਹਿਸਾਬ ਨਾਲ ਫਸਲਾਂ ਬੀਜਦੇ ਆ, ਜਦ ਕਿ ਸਾਡੇ ਇੱਥੇ ਫਸਲੀ ਚੱਕਰ ਦੇ ਵਿੱਚ ਸਾਡਾ ਜਿਹੜਾ ਕਿਸਾਨ ਹੈ। ਤੁਸੀਂ ਦੇਖੋ ਇਸੇ ਦੌਰ ਦੇ ਵਿੱਚ ਬਿਹਾਰ ਦੇ ਇਲੈਕਸ਼ਨ ਹੋਏ, ਉਹਦਾ ਰਿਜ਼ਲਟ ਆਇਆ ਜੀ, BJP ਦੀ ਸਰਕਾਰ ਉੱਥੇ ਬਣੀ ਹੈ ਔਰ BJP ਬਹੁਤ ਵੱਡੀ ਪਾਰਟੀ ਦੇ ਤੌਰ ਤੇ ਉੱਭਰ ਕੇ ਆਈ ਹੈ। ਜੇ ਉੱਥੇ ਐਸਾ ਕਿਸਾਨ ਰਾਜ ਹੁੰਦਾ ਤਾਂ ਇੱਦਾਂ ਕਿਉਂ ਹੁੰਦਾ? ਹਾਲੇ ਪਰਸੋਂ ਦੀ ਚੌਥ ਦੀ ਗੱਲ ਹੈ, ਰਾਜਸਥਾਨ ਦੇ ਜਿਹੜੇ ਪਿੰਡਾਂ ਦੇ ਇਲੈਕਸ਼ਨ ਹੈਗੇ ਆ ਪੰਚਾਇਤਾਂ ਦੇ, ਉਹਨਾਂ ਦੀ ਰਿਪੋਰਟ ਆਈ ਹੈ ਕਾਂਗਰਸ ਨੂੰ ਬੀਟ ਕਰਕੇ BJP ਬਹੁਤ ਉੱਪਰ ਗਈ। ਪਿੰਡਾਂ ਵਿੱਚ ਤਾਂ ਕਿਸਾਨ ਹੀ ਰਹਿੰਦੇ ਰਹੇ ਆ, ਤੇ ਜੇ ਉਹ ਇੰਨੇ ਨਾਰਾਜ਼ ਹੁੰਦੇ ਤੇ ਉਹ ਕਿੱਦਾਂ ਵੋਟ ਕਰਦੇ? ਅਸਲ ਦੇ ਵਿੱਚ ਸਵਾਲ ਤਾਂ ਬਹੁਤ ਸਾਰੇ ਆ, ਫਸਲੀ ਚੱਕਰ ਹੈ ਜਾਂ ਸਾਡੇ ਕਿਸਾਨ ਦੀ ਜਿਹੜੀ ਪ੍ਰਾਇੋਰਟੀਜ਼ ਹੈ, ਉਹ ਫਲ, ਉਹ ਬੂਟੇ ਜਾਂ ਉਹ ਸਬਜ਼ੀਆਂ ਨਹੀਂ ਹੈ, ਉਹ ਦਾਲਾਂ ਨਹੀਂ ਹੈ, ਦਲਹਨ ਨਹੀਂ ਹੈ ਜਿਹੜੇ ਪ੍ਰੋਫਿਟੇਬਲ, ਬਹੁਤ ਜ਼ਿਆਦਾ ਪ੍ਰੋਫਿਟੇਬਲ ਨੇ। ਇਹਨਾਂ ਦਾ ਲੈ ਦੇ ਕੇ ਝੋਨੇ ਵਾਲਾ ਔਰ ਕਣਕ ਵਾਲੀ ਫੋਕਸ ਹੈਗਾ, ਠੀਕ ਹੈ ਨਾ। ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਇਸ ਅੰਦੋਲਨ ਨਾਲ ਨਹੀਂ ਅਸੀਂ ਜੋੜ ਸਕਦੇ, ਉਹ ਕਿਸਾਨੀ ਨਾਲ ਜੁੜੇ ਫੈਕਟਰਸ ਨੇ। ਲੇਕਿਨ ਇਹ ਤਾਂ ਦੱਸਦੇ ਪਏ ਨਾ ਕਿ ਬਿਹਾਰ ਦੇ ਇਲੈਕਸ਼ਨ ਦੇ ਰਿਜ਼ਲਟਸ ਕੀ ਦੱਸਦੇ ਆ, ਜੈਪੁਰ ਦੇ ਵਿੱਚੋਂ ਆਈਆਂ ਖਬਰਾਂ ਕੀ ਦੱਸਦੀਆਂ ਵਾ। ਇਹ ਤਾਂ ਮਤਲਬ ਇਹ ਨਿਕਲਦਾ ਹੈ ਕਿ ਜਿਹੜਾ ਇੱਥੇ ਦਾ ਕਿਸਾਨ ਹੈ ਉਹਦੀਆਂ ਕੁਝ ਆਪਣੀਆਂ ਮਜਬੂਰੀਆਂ ਨੇ ਔਰ ਕੁਝ ਉਹਨਾਂ ਦੀਆਂ ਆਪਣੀਆਂ ਗਲਤੀਆਂ ਨੇ, ਠੀਕ ਹੈ ਨਾ ਜੀ। ਚਲੋ ਅਸੀਂ ਕਹਿੰਦੇ ਆ ਕਿ ਕਿਸਾਨ ਅੰਨਦਾਤਾ ਹੈ, ਉਹ ਜੋ ਕਰਦਾ ਠੀਕ ਕਰਦਾ ਤੇ ਕੇਂਦਰ ਦਾ ਕੀ ਰਿਐਕਸ਼ਨ ਹੁੰਦਾ ਜੋ ਵੀ ਹੈ। ਲੇਕਿਨ ਗੱਲ ਦੇਖੋ ਕਿੱਥੇ ਨਿਕਲ ਗਈ ਕਿ ਗੱਲ ਤਾਂ ਚੱਲ ਰਹੀ ਸੀ ਕਿਸਾਨ ਦੀ ਅੰਦੋਲਨ ਦੀ, ਔਰ ਅਮਰੀਕਾ ਵਿੱਚ ਤੇ ਇੰਗਲੈਂਡ ਦੇ ਵਿੱਚ ਕੀ ਹੋ ਰਿਹਾ, ਉੱਥੇ ਉੱਪਰ ਟਾਈਮ ਸਕੁਏਅਰ ਦੇ ਉੱਪਰ ਐਡ ਲੱਗਦੀ ਹੈ, ਸਕਰੀਨ ਲੱਗੀ ਹੋਈ ਹੈ, ਉੱਪਰ ਲਿਖਿਆ ਕਿਸਾਨ ਤੇ ਥੱਲੇ ਲਿਖਿਆ ਖਾਲਿਸਤਾਨ। ਇਹ ਵੀ ਆਪਣੇ ਆਪ ਵਿੱਚ ਸਵਾਲ ਹੈ ਜੀ ਵੀ ਇਹ ਮੁੜਦੀ ਗੱਲ ਦੇਖੋ, ਖਾਲਿਸਤਾਨ ਦਾ ਮੁੱਦਾ ਕਿਸਾਨ ਦੇ ਨਾਲ ਕਿਵੇਂ ਜੁੜ ਗਿਆ? ਸੰਧੂ ਸਾਹਿਬ, ਜਦੋਂ ਕੋਈ ਐਦਾਂ ਦੀ ਚੀਜ਼ ਮੋੜਾ ਕੱਟਦੀ ਹੈ ਨਾ ਜੀ, ਉਦੋਂ ਇਹ ਜ਼ਰੂਰੀ ਨਹੀਂ ਹੁੰਦਾ, ਜਿਹੜੇ ਇੱਕ ਲਹਿਰਾਂ ਹੁੰਦੀਆਂ ਨਾ ਜੀ ਜੀ, ਇਹ ਲਹਿਰਾਂ ਕਈ ਵਾਰੀ ਹੱਥ ਵਿੱਚ ਰਹਿ ਜਾਣ ਤੇ ਕ੍ਰਾਂਤੀ ਕਰ ਦਿੰਦੀਆਂ, ਤੇ ਜੇ ਲਹਿਰਾਂ ਕੰਟਰੋਲ ਤੋਂ ਬਾਹਰ ਹੋ ਜਾਣ ਔਰ ਦੂਜੀਆਂ ਤਾਕਤਾਂ ਉਹਨਾਂ ਨੂੰ ਕੰਟਰੋਲ 'ਚ ਲੈ ਲੈਣ ਤੇ ਇਹ ਬਹੁਤ ਵੱਡੀ ਤਬਾਹੀ ਵੀ ਕਰਾ ਦਿੰਦੀ ਹੈ। ਪੰਜਾਬ 'ਚ ਅਸੀਂ ਦੇਖਿਆ ਨਹੀਂ, ਪੰਜਾਬ ਦੇ ਵਿੱਚ ਜਦ ਤੱਕ ਇਹ ਆਪਣੀ ਜਿਹੜੀ ਲਹਿਰ ਸੀ, ਮੋਰਚਾ ਲੱਗਾ ਸੀ, ਧਰਮਯੁੱਧ ਮੋਰਚਾ ਜੀ, ਇਹ ਜਿੰਨੀ ਦੇਰ ਤੱਕ ਅਕਾਲੀ ਦਲ ਦੇ ਔਰ ਲੌਂਗੋਵਾਲ ਦੇ ਕੰਟਰੋਲ 'ਚ ਰਿਹਾ ਉਨੀ ਦੇਰ ਤੱਕ ਪੂਰਾ ਕੰਟਰੋਲ ਸੀਗਾ, ਅਨੁਸ਼ਾਸਿਤ ਸੀਗਾ। ਉਸ ਤੋਂ ਬਾਅਦ ਦੇਖੋ ਜਿੱਦਾਂ ਹੀ ਹਵਾ ਪਲਟੀ ਹੈ, ਇੱਕ ਨਵੀਂ ਸ਼ਖਸੀਅਤ ਸਾਹਮਣੇ ਉੱਭਰ ਕੇ ਆਈ, ਉਹਨੇ ਸਾਰੇ ਚੀਜ਼ ਦੇ ਉੱਪਰ
ਗਲਬਾ ਬਣਾ ਲਿਆ ਆਪਣਾ, ਔਰ ਆਪਣਾ ਪ੍ਰਭਾਵ ਚੜ੍ਹਤਾ, ਤੇ ਉਸ ਤੋਂ ਬਾਅਦ ਕੰਟਰੋਲ ਕਰਨ ਵਾਲਾ ਕੋਈ ਰਹਿ ਨਹੀਂ ਗਿਆ। ਤਾਂ ਉਸ ਤੋਂ ਉਹਨਾਂ ਦੇ ਜਾਣ ਤੋਂ ਬਾਅਦ ਤੇ ਕੰਟਰੋਲ ਕਰਨ ਵਾਲੇ ਜਿਹੜੇ ਸੀਗੇ ਉਹ ਕੁੱਕਰ ਮੁੱਤੇ ਵਾਂਗੂ ਉੱਗ ਪਏ। ਪਤਾ ਨਹੀਂ ਕਿੰਨੀਆਂ ਜਥੇਬੰਦੀਆਂ, ਕਿੰਨੀਆਂ ਸੰਗਠਨ ਕੀ ਬਣ ਗਏ, ਕਿੰਨੇ ਅਕਾਲੀ ਦਲ ਬਣ ਗਏ, ਕਿੰਨਾ ਸਭ ਕੁਝ ਬਣ ਗਿਆ। ਸੋ ਅੱਜ ਜੋ ਹਾਲਾਤ ਹੈ ਨਾ ਉਹ ਬੜੇ ਸੰਵੇਦਨਸ਼ੀਲ ਹੈ, ਔਰ ਇੱਕ ਸਮਝਣ ਦੀ ਜ਼ਰੂਰਤ ਇਹ ਹੈ ਕਿ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਕੁਝ ਵੀ ਕਰਕੇ ਇਹਨੂੰ ਨਿਬੇੜਨਾ ਚਾਹੀਦਾ। ਪਰ ਸਮੱਸਿਆ ਫਿਰ ਉੱਥੇ ਆ ਜਾਂਦੀ ਹੈ ਕਿ ਜਿਹੜੀਆਂ ਮੰਗਾਂ ਇਹਨਾਂ ਨੇ ਸ਼ੁਰੂ ਕੀਤੀਆਂ ਸੀ, ਉਹਨਾਂ ਮੰਗਾਂ ਨੂੰ ਕੇਂਦਰ ਨੇ ਪ੍ਰਸਤਾਵ ਦੇ ਰੂਪ 'ਚ ਲਿਖ ਕੇ ਭੇਜਤਾ ਕਿ ਮੰਨ ਲਈਆਂ ਜੀ, ਆ ਜਾਓ ਗੱਲ ਕਰੀਏ। ਹੁਣ ਕੀ ਹੈ ਕਿ ਅੱਗੇ ਬੈਠੀ ਪਬਲਿਕ ਗਰਮ ਬਹੁਤ ਕੀਤੀ ਹੋਈ ਹੈ। ਜਿਹੜੇ ਪਿੱਛੇ ਦਰਵਾਜ਼ੇ ਤੋਂ ਕੰਮ ਕਰਦੇ ਪਏ ਆ ਉਹ ਕਹਿੰਦੇ ਨਾ, ਨੋ ਅਸੀਂ ਨਹੀਂ ਮੰਨਦੇ। ਸਾਹਮਣੇ ਬੈਠਣ ਦੀ ਮਜਬੂਰੀ ਆ, ਉਹ ਕਹਿਣਗੇ ਨਹੀਂ ਜੀ ਅਸੀਂ ਰੱਦ ਕਰਦੇ ਹਾਂ। ਅਲਟੀਮੇਟਲੀ ਅਗਰ ਇਸ ਤਰੀਕੇ ਨਾਲ ਚੱਲਦਾ ਰਿਹਾ ਤੇ ਇਹ ਕਿਸਾਨ ਅੰਦੋਲਨ ਦੇ ਵਿੱਚ ਦੇਖੋ, ਦਿੱਲੀ ਦੇਸ਼ ਦੀ ਰਾਜਧਾਨੀ ਹੈ। ਇਹ ਪਹਿਲੀ ਵਾਰ ਹੋਇਆ ਕਿ ਦਿੱਲੀ ਨੂੰ ਸੀਲ ਕਰ ਦਿੱਤਾ ਗਿਆ ਜੀ। ਰਾਜਸਥਾਨ ਦੇ ਨਾਲ ਕੱਟ ਦਿੱਤਾ ਗਿਆ, ਪੰਜਾਬ ਨਾਲ ਕੱਟਤਾ ਗਿਆ, ਹਰਿਆਣਾ ਨਾਲ ਕੱਟਤਾ ਗਿਆ, ਜੰਮੂ ਕਸ਼ਮੀਰ ਨਾਲ ਕੱਟਤਾ ਗਿਆ, ਹਿਮਾਚਲ ਪ੍ਰਦੇਸ਼ ਨਾਲ ਕੱਟਤਾ ਗਿਆ, ਯੂਪੀ ਨਾਲੋਂ ਕੱਟ ਦਿੱਤਾ ਗਿਆ, ਚਾਰੋਂ ਪਾਸੇ ਤਾਂ ਕੱਟ ਦਿੱਤਾ ਗਿਆ। ਤੇ ਅਗਰ ਤੁਸੀਂ ਇਹ ਕਹੋ ਕਿ ਅਸੀਂ ਸ਼ਾਂਤੀਮਈ ਹੋ ਕੇ ਬੈਠੇ ਹਾਂ ਤੇ ਬਾਹਰ ਵਾਲਿਆਂ ਨੂੰ ਅੰਦਰ ਨਹੀਂ ਆਉਣ ਦੇਣਾ, ਅੰਦਰ ਵਾਲਿਆਂ ਨੂੰ ਬਾਹਰ ਨਹੀਂ ਜਾਣ ਦੇਣਾ, ਤੇ ਅਲਟੀਮੇਟਲੀ ਇਹਦੇ ਨਾਲ ਵਿਦਵੇਸ਼ ਵਧੇਗਾ। ਦੇਖੋ ਅਸੀਂ ਦਿੱਲੀ ਗਏ ਸੀ, ਸੋਨੀਪਤ ਤੋਂ ਜਿੰਨਾ ਕੁੰਡਲੀ ਬਾਰਡਰ ਹੈ ਜੀ, ਅਸੀਂ ਜਾਣਾ ਤਾਂ ਕੁੰਡਲੀ ਤੋਂ ਪਾਰ ਸੀ ਨਾ। ਅਸੀਂ ਲਗਭਗ 20 ਕਿਲੋਮੀਟਰ ਵਾਧੂ ਦਾ ਸਫ਼ਰ ਕਰਕੇ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਜੀ ਕੁੰਡਲੀ ਕ੍ਰਾਸ ਕੀਤੀ ਹੈ। ਔਰ ਇੰਨਾ ਰਸ਼ ਸੀ ਉੱਥੇ, ਟੁੱਟੀਆਂ ਹੋਈਆਂ ਪਿੰਡਾਂ ਦੀਆਂ ਸੜਕਾਂ, ਔਰ ਪਿੰਡ ਵਾਲੇ ਵਕਤ ਜੀ ਵੀ ਇਹ ਕਿੱਥੋਂ ਆ ਗਿਆ, ਡਬਲ ਟ੍ਰੈਫਿਕ ਹੋ ਗਿਆ। ਔਰ ਦੂਜੀ ਗੱਲ ਕੀ ਹੈ ਕਿ ਕੋਈ ਚਿੰਨ੍ਹਿਤ ਰੋਡ ਨਹੀਂ ਹੈ ਵੀ ਇਹ ਰੋਡ ਦਿੱਲੀ ਜਾਂਦੀ ਹੈ ਸਿੱਧੀ। ਉਹ ਕਹਿੰਦੇ ਇਹ ਤੋਂ ਪਿੰਡ ਤੋਂ ਇੱਧਰ ਨੂੰ ਹੋ ਜਾਓ ਖੱਬੇ, ਉਦੋਂ ਅੱਗੇ ਮੋੜ ਆਏਗਾ ਤੇ ਸੱਜੇ ਨੂੰ ਹੋ ਜਿਓ, ਉਹ ਅਗਲਾ ਮੋੜ ਕਿਸੇ ਨੂੰ ਨਹੀਂ ਨਜ਼ਰ ਆਇਆ ਉਹ ਸਿੱਧਾ ਨਿਕਲ ਗਿਆ, ਉਹ 10 ਕਿਲੋਮੀਟਰ ਅੱਗੋਂ ਵਾਲਾ ਖਾ ਗਿਆ। ਕਨਫਿਊਜ਼ਨ ਹੈ ਜੀ। ਤੇ ਉਹਨਾਂ ਲੋਕਾਂ ਦੀ ਵੀ ਆਉਣ ਜਾਣ ਦੀ ਇੱਕ ਆਪਣੀ ਸਮੱਸਿਆ ਹੈ, ਉਹ ਵੀ ਨਜ਼ਰਅੰਦਾਜ਼ ਨਹੀਂ ਕੀਤੀ ਜਾਏਗੀ। ਉਹ ਵੀ ਦੇਸ਼ ਦੇ ਨਾਗਰਿਕ ਹੈ, ਕਿਸਾਨ ਦੇਸ਼ ਦੇ ਸਨਮਾਨਿਤ ਨਾਗਰਿਕ ਹੈ, ਪਰ ਬਾਕੀ ਦੇ ਲੋਕ ਵੀ ਨਾਗਰਿਕ ਹੈ। ਸਾਨੂੰ ਮਤਲਬ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਔਰ ਪੰਜਾਬ ਵਾਸੀਆਂ ਤੇ ਤਾਂ ਇਹ ਜ਼ਿਆਦਾ ਉਮੀਦ ਕੀਤੀ ਜਾ ਸਕਦੀ, ਕਿਉਂਕਿ ਅਸੀਂ ਜਿਹੜੀਆਂ ਸਿੱਖਿਆਵਾਂ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਨੇ, ਅਸੀਂ ਸਰਬੱਤ ਦਾ ਭਲਾ ਰੋਜ਼ਾਨਾ ਉੱਠ ਕੇ ਮੰਗਦੇ ਹਾਂ, ਤੇ ਸਰਬੱਤ ਦੇ ਭਲੇ ਤੇ ਅਸੀਂ ਚੰਗੀ ਤਰ੍ਹਾਂ ਅਰਥ ਵੀ ਸਮਝਦੇ ਹਾਂ ਕਿ ਜਿੰਨੇ ਸਾਡੇ ਅਧਿਕਾਰ ਨੇ ਉਨੇ ਅਧਿਕਾਰ ਦੂਜੇ ਦੇ ਵੀ ਨੇ। ਸੋ ਠੀਕ ਹੈ, ਅਸੀਂ ਸਾਡੇ ਕਿਸਾਨ ਵਰਗ ਨੂੰ ਵੀ ਚਾਹੀਦਾ, ਸਾਡੇ ਸਾਥੀਆਂ ਨੂੰ ਚਾਹੀਦਾ, ਸੰਘਰਸ਼ ਵਾਲਿਆਂ ਨੂੰ, ਕਿ ਆਪਣਾ ਸੰਘਰਸ਼ ਆਪਾਂ ਕਰੀਏ, ਪਰ ਨਾਲ ਦੀ ਨਾਲ ਦੂਜਿਆਂ ਦੇ ਹਿੱਤਾਂ ਦਾ ਵੀ ਪੂਰਾ ਧਿਆਨ ਰੱਖੀਏ, ਆਮ ਜਨਤਾ ਦੇ ਹਿੱਤਾਂ ਦਾ ਧਿਆਨ ਰੱਖੀਏ। ਔਰ ਕੋਸ਼ਿਸ਼ ਇਹ ਕਰੀਏ ਕਿ ਜਿਵੇਂ ਅਰਜੁਨ ਜੀ ਨੇ ਇਹ ਬਿਲਕੁਲ ਪੁਰਾਣੀਆਂ ਮਿਸਾਲਾਂ ਦੇ ਕੇ ਸਾਨੂੰ ਦੱਸਿਆ ਕਿ ਉਸ ਧਿਆਨ 'ਚ ਸਾਡੇ 'ਚ ਆ ਗਿਆ ਕਿ ਇਹ ਗੜਬੜ ਕਿਤੇ ਵੀ ਜਾ ਕੇ ਹੋ ਸਕਦੀ ਹੁੰਦੀ ਆ। ਅਸੀਂ ਉਹਨਾਂ ਜਿਹੜੀਆਂ ਅਣਦੇਖ ਸ਼ਕਤੀਆਂ ਨੇ, ਅਸੀਂ ਉਹਨਾਂ ਦੇ ਪ੍ਰਭਾਵ ਨੂੰ ਕਬੂਲਣ ਦੀ ਥਾਂ 'ਤੇ ਅਸੀਂ ਆਪਣੇ ਵਿਜ਼ਨ ਦੀ, ਆਪਣੇ ਨਜ਼ਰੀਏ ਦੀ ਵਰਤੋਂ ਕਰਦੇ ਹੋਏ ਉਮੀਦ ਹੈ ਕਿ ਸੰਘਰਸ਼ ਨੂੰ ਜਿਹੜਾ ਸਾਡੀ ਪੰਜਾਬ ਤੋਂ ਗਏ ਹੋਏ ਕਿਸਾਨ ਵੀਰ ਨੇ ਤੇ ਸਾਡੇ ਸਿੱਖ ਭਾਈਚਾਰੇ ਲੋਕ ਨੇ, ਸਾਡੇ ਨਿਹੰਗ ਸਿੰਘ ਜਥੇਬੰਦੀਆਂ ਨੇ, ਉਹ ਇਸ ਜਿਹੜਾ ਸੰਘਰਸ਼ ਹੈ ਇਹਨੂੰ ਬੜੇ ਹੀ ਸੰਜਮ ਦਾ ਸੰਘਰਸ਼ ਬਣਾ ਕੇ ਉਹਨੂੰ ਵਧੀਆ ਤਰੀਕੇ ਨਾਲ ਦਿੱਲੀ ਤੋਂ ਆਪਣੀਆਂ ਮੰਗਾਂ ਬਣਵਾ ਕੇ ਉਸ ਜੇਤੂ ਹੋ ਕੇ ਵਾਪਸ ਪਰਤਣ। ਔਰ ਮੈਂ ਇਹ ਅਰਦਾਸ ਕਰਦਾ ਕਿ ਹੇ ਮਹਾਰਾਜ, ਇਹ ਸਾਡੇ ਕਿਸਾਨ ਵੀਰ ਜਿਹੜੇ ਇੰਨੀ ਠੰਡ 'ਚ ਬੈਠੇ ਆ, ਇਹਨਾਂ ਨੂੰ ਮਨਾਵੇ ਸਰਕਾਰ, ਔਰ ਇਹਨਾਂ ਨੂੰ ਸੁਖੀ ਸਾਂਦੀ ਆਪਣੇ ਘਰ ਭੇਜੇ, ਤਾਂ ਕਿ ਪੰਜਾਬ ਵੀ ਵਸਦਾ ਰਹੇ, ਗੁਰੂਆਂ ਦੇ ਨਾਂ 'ਤੇ ਵਸਦਾ ਹੈ ਤੇ ਇਹ ਵਸਦਾ ਹੀ ਰਹੇ, ਇਹਨੂੰ ਕੋਈ ਨਜ਼ਰ ਨਾ ਲੱਗੇ। ਔਰ ਇੱਥੇ ਅਸੀਂ ਆਪਣੀ ਗੱਲਬਾਤ ਕਰਦੇ ਹਾਂ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।